ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਪ੍ਰਾਪਤ ਹਨ। ਗੁਰੂ ਪਾਤਸ਼ਾਹ ਮਹਾਰਾਜ ਦਸਾਂ ਪਾਤਸ਼ਾਹੀਆਂ ਦਾ ਜੀਵਨ ਇਤਿਹਾਸ ਜੋ ਕਿ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਕੁਝ ਸਮੇਂ ਤੋਂ ਚੱਲ ਰਹੀ ਹੈ, ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਨ। ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪ੍ਰਸੰਗ ਚੱਲ ਰਿਹਾ ਹੈ। ਲੜੀ ਤਹਿਤ ਕੱਲ ਆਪਾਂ ਇਹ ਪ੍ਰਸੰਗ ਸਰਵਣ ਕੀਤਾ ਹੈ। ਸ੍ਰੀ ਗੋਇੰਦਵਾਲ ਸਾਹਿਬ ਤੋਂ ਪਾਵਨ ਗੁਰਬਾਣੀ ਦੀਆਂ ਪੋਥੀਆਂ ਪਾਲਕੀ ਵਿੱਚ ਲੈ ਕਰਕੇ ਮਹਾਰਾਜ ਚੱਲੇ ਖਡੂਰ ਸਾਹਿਬ ਆਏ ਹਨ। ਬਾਬਾ ਦਾਸੂ ਜੀ ਬਾਬਾ ਦਾਤੂ ਜੀ ਦਾ ਮਿਲਾਪ ਹੋਇਆ। ਉਪਰੰਤ ਇੱਥੋਂ ਚੱਲ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਭਾਈ ਗੁਰਦਾਸ ਜੀ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਸੋਹਣੀ ਸੁੰਦਰ ਇਕਾਂਤ ਜਗ੍ਹਾ ਵੇਖੋ ਜਿੱਥੇ ਹੁਣ ਸਾਰੀ ਗੁਰਬਾਣੀ ਜੋ ਇੱਕ ਬੀੜ ਗ੍ਰੰਥ ਦੇ ਵਿੱਚ ਇਕੱਤਰ ਕਰਕੇ ਲਿਖੀ ਜਾਣੀ ਹੈ, ਤਾਂ ਗੁਰਮੁਖੋ ਜੋ ਸ੍ਰੀ ਰਾਮਸਰ ਸਾਹਿਬ ਵਾਲਾ ਸਥਾਨ ਹੈ, ਇਹ ਸਥਾਨ ਗੁਰੂ ਪਾਤਸ਼ਾਹ ਮਹਾਰਾਜ ਨੇ ਪਸੰਦ ਕੀਤਾ ਹੈ। ਔਰ ਭਾਈ ਗੁਰਦਾਸ ਜੀ ਨੇ ਤੰਬੂ ਲਾ ਕਰਕੇ ਸੋਹਣਾ ਚੰਦੋਆ ਕਨਾਤਾ ਸੋਹਣੇ ਫਰਸ਼ ਵਿਛਾ ਦਿੱਤੇ। ਸਾਰੇ ਸਿੱਖ ਗੁਰਸਿੱਖਾਂ ਸੰਗਤਾਂ ਨੂੰ ਲਾ ਕੇ ਸੇਵਾ ਕਰਵਾਈ ਹੈ। ਸਾਰੇ ਜਲ ਛਿੜਕਾ ਕਰਵਾ ਦਿੱਤਾ ਹੈ, ਖੁਸ਼ਬੂਆਂ ਛਿੜਕਾ ਕਰਵਾਇਆ ਤੇ ਮਹਾਰਾਜ ਨੂੰ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਹੁਣ ਕਿਰਪਾ ਕਰੋ ਉਹ ਜਗ੍ਹਾ ਨੂੰ ਤੁਸੀਂ ਵੇਖੋ। ਸੁੰਦਰ ਚੌਹਦਿਸ ਬਨਿਓ ਨਿਹਾਰਾ ਲਪਟੈ ਛੁਟਤ ਅਧਿਕ ਮਹਿਕਾਰਾ। ਮਹਾਰਾਜ ਨੇ ਵੇਖਿਆ ਕਿ ਚਾਰੇ ਪਾਸਿਓਂ ਬਹੁਤ ਸੋਹਣਾ ਸੁੰਦਰ ਬਣਿਆ। ਮਹਿਕਾਂ ਖੁਸ਼ਬੂਆਂ
ਉਹ ਲਪਟਾਂ ਮਾਰਦੀਆਂ। ਅਦਕ ਪ੍ਰਸੰਨ ਭਏ ਸਿੱਖ ਸਾਰੇ, ਤਾਂ ਸਾਰੇ ਸਿੱਖ ਵੇਖ ਕੇ ਪ੍ਰਸੰਨ ਹੋਏ। ਅੰਤਰ ਖਾਸਾ ਦੀਨ ਉਤਾਰੇ। ਫਿਰ ਭਾਈ ਗੁਰਬਾਣੀ ਦੀਆਂ ਪੋਥੀਆਂ ਪਾਲਕੀ ਸਾਹਿਬ ਲਿਆ ਕਰਕੇ ਇਸ ਤੰਬੂ ਦੇ ਵਿੱਚ ਪੋਥੀਆਂ ਦਾ ਉਤਾਰਾ ਕਰ ਦਿੱਤਾ। ਭਾਵ ਜੋ ਪਾਲਕੀ ਸਾਹਿਬ ਬਿਰਾਜਮਾਨ ਕਰ ਦਿੱਤੀ ਹੈ। ਆਓ ਅੱਗੇ ਕਥਾ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖੁਸ਼ੀ ਕੀਨ ਉਪਰ ਗੁਰਦਾਸ। ਭਾਈ ਗੁਰਦਾਸ ਜੀ ਦੇ ਉੱਤੇ ਮਹਾਰਾਜ ਨੇ ਖੁਸ਼ੀਆਂ ਕੀਤੀਆਂ ਹਨ। ਬੈਠੇ ਸੰਗਤ ਯੁਤ ਸੁਖ ਰਾਸ। ਸੁੱਖਾਂ ਦੀ ਰਾਸ ਸਤਿਗੁਰੂ ਜੀ ਸੰਗਤਾਂ ਸਮੇਤ ਬੈਠ ਗਏ। ਸਾਮੁਖ ਸਥਾਨ ਨਮਰ ਕਛ ਨੀਰਾ। ਤਾਂ ਸਾਹਮਣੇ ਜਿਹੜਾ ਸਥਾਨ ਹੈ ਉਹਦੇ ਵਿੱਚ ਨੀਵੀਂ ਜਗ੍ਹਾ ਜਲ ਖੜਾ ਹੈ। ਤਿਸ ਪਿਖ ਬੋਲੇ ਸਤਿਗੁਰ ਧੀਰਾ। ਉਸ ਨੂੰ ਵੇਖ ਕੇ ਗੁਰੂ ਮਹਾਰਾਜ ਧੀਰਜਵਾਨ ਸਤਿਗੁਰੂ ਜੀ ਕਹਿਣ ਲੱਗੇ, ਅਲਖ ਰਚੋ ਸਰ ਸੁੰਦਰ ਥਾਨ। ਭਾਈ ਇੱਥੇ ਅਲਖ ਰਚੋ ਸਰ। ਅਲਖ ਤੋਂ ਭਾਵ ਹੈ ਕਿ ਛੋਟਾ ਇੱਥੇ ਮਹਾਰਾਜ ਕਹਿੰਦੇ ਇੱਕ ਸਰੋਵਰ ਰਚਨਾ ਕਰੋ। ਇਹ ਸਥਾਨ ਬਹੁਤ ਸੁੰਦਰ ਹੈ। ਜਿਸ ਮੱਜੇ ਹੋਵੈ ਕਲਿਆਣ। ਜਿਸ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਕਲਿਆਣਤਾ ਹੋਵੇਗੀ। ਜਿਤਕ ਨਿਕਾਸਹਿ ਕਾਰ ਇਹਾ ਕੀ। ਜਿੰਨੀ ਵੀ ਮਹਾਰਾਜ ਕਹਿੰਦੇ ਭਾਈ ਜਿੰਨਾ ਵੀ ਕੋਈ ਇੱਥੇ ਕਾਰ ਮਿੱਟੀ ਸੇਵਾ ਕੋਈ ਕੱਢੇਗਾ ਇਹਦੇ ਵਿੱਚੋਂ, ਤਿਤਕ ਮਲਨਤਾ ਨਾਸੈ ਤਾਂ ਕੀ। ਓਨੀ ਹੋਈ ਅੰਦਰ ਦੀ ਮਲੀਨਤਾ ਸੇਵਾ ਕਰਨ ਵਾਲੇ ਦੀ ਦੂਰ ਹੋ ਜਾਵੇਗੀ। ਸੇਵਾ ਕਰਹਿ ਤੀਰਥਨ ਕੇਰੀ। ਇਉਂ ਭਾਈ ਜਿਹੜੇ ਗੁਰੂ ਦੇ ਸਥਾਨ ਹੈ ਇਹਨਾਂ ਕੋਈ ਤੀਰਥਾਂ ਦੀ ਜੇ ਕੋਈ ਮਾਈ ਭਾਈ ਵੀ ਸੇਵਾ ਕਰਦਾ ਹੈ, ਦੋਹ ਲੋਕਨ ਲਹਿ ਸ੍ਰੇਯ ਕਨੇਰੀ। ਦੋਹਾਂ ਲੋਕਾਂ ਦੇ ਵਿੱਚ ਕਨੇਰੀ ਕਹੀਏ ਬਹੁਤੀ ਸ੍ਰੇ ਨਾਮ ਹੈ ਕਲਿਆਣਤਾ ਦਾ। ਮਹਾਰਾਜ ਕਹਿੰਦੇ ਭਾਈ ਉਹ ਦੋਹਾਂ ਲੋਕਾਂ ਵਿੱਚ ਸ੍ਰੇ ਕਲਿਆਣਤਾ ਦੋ ਲੋਕਾਂ ਦੀ ਸਫਲਤਾ ਪ੍ਰਾਪਤ ਕਰ ਲਵੇਗਾ। ਸੋਨ ਸਿੱਖ ਸਤਿਗੁਰ ਕੋ ਫੁਰਮਾਵਨ। ਗੁਰੂ ਸਾਹਿਬ ਦਾ ਫਰਮਾਨ ਸੁਣ ਕੇ ਜਿੰਨੇ ਗੁਰਸਿੱਖ ਹਨ, ਲੱਗੇ ਕਾਰ ਹਿਤ ਸੋ ਨਿਕ ਸਾਵਨ। ਤਾਂ ਭਾਈ ਹੁਣ ਸੇਵਾ ਵਿੱਚ ਲਾਗੇ ਵਿੱਚੋਂ ਕਾਰ ਮਿੱਟੀ ਕੱਢਣ ਦੇ ਵਾਸਤੇ ਏਕ ਜਾਮ ਲੋ ਕਰੀ ਨਿਕਾਸਨ। ਤਾਂ ਇਹਨੇ ਸੰਗਤਾਂ ਦਾ ਉਤਸ਼ਾਹ ਹੈ। ਇੱਕ ਪਹਿਰ ਦੇ ਵਿੱਚ ਸੰਗਤਾਂ ਨੇ ਮਿੱਟੀ ਕੱਢ ਦਿੱਤੀ। ਰਚਿਓ ਅਲਪ ਸਰ ਮਿਲ ਬਹੁ ਦਾਸਨ। ਤਾਂ ਛੋਟਾ ਇੱਕ ਸਰੋਵਰ ਰਚ ਦਿੱਤਾ। ਬਹੁਤ ਸੇਵਕਾਂ ਸਿੱਖਾਂ ਨੇ ਮਿਲ ਕਰਕੇ ਦੇਗ ਸਮਾਂ ਲੱਖ ਗੁਰੂ ਹਟਾਏ। ਲੰਗਰ ਦਾ ਸਮਾਂ ਹੋਇਆ ਜਾਣ ਕੇ ਸਤਿਗੁਰਾਂ ਨੇ ਫਿਰ ਸੇਵਾ ਤੋਂ ਰੋਕੇ ਹਨ। ਸੰਗਤ ਥਿਤ ਹੋਏ ਬਾਕ ਅਲਾਏ। ਸੰਗਤਾਂ ਵਿੱਚ ਬਿਰਾਜਮਾਨ ਹੋ ਕੇ ਗੁਰੂ ਸਾਹਿਬ ਜੀ ਨੇ ਬਚਨ ਕਹੇ, ਸ੍ਰੀ ਗੁਰ ਜੀ ਤੀਰਥ ਇਸ ਘੇਰਾ। ਜਾਂ ਸੰਗਤ ਥਿਤ ਹੋਏ ਬਾਕ ਲਾਏ। ਸੰਗਤਾਂ ਬੈਠ ਕਰਕੇ ਕਿਉਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸ੍ਰੀ ਗੁਰ ਜੀ ਤੀਰਥ ਇਸ ਘੇਰਾ। ਹੇ ਸ੍ਰੀ ਗੁਰੂ ਅਰਜਨ ਦੇਵ ਜੀਓ, ਇਹ ਜੋ ਤੀਰਥ ਹੈ ਧਰੋ ਨਾਮ ਹੋਏ ਬਿਦਤ ਬਡੇਰਾ। ਕਿਰਪਾ ਕਰੋ ਮਹਾਰਾਜ ਹੁਣ ਇਸ ਦਾ ਨਾਮ ਆਪ ਜੀ
ਧਰੋ ਤਾਂ ਕਿ ਬਹੁਤਾ ਸੰਸਾਰ ਵਿੱਚ ਪ੍ਰਗਟ ਹੋਵੇ। ਸ੍ਰੀ ਅਰਜਨ ਸੁਨ ਬਚਨ ਉਚਾਰਾ। ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਫਿਰ ਸੁਣ ਕੇ ਇਹ ਬਚਨ ਉਚਾਰਿਆ ਹੈ। ਰਾਮਦਾਸ ਪਿਤ ਗੁਰੂ ਹਮਾਰਾ। ਭਾਈ ਜੋ ਪਿਤਾ ਸ੍ਰੀ ਗੁਰੂ ਰਾਮਦਾਸ ਉਹ ਆਪਣੇ ਸਭ ਦੇ ਗੁਰੂ ਨੇ। ਤਿਨਹੁ ਨਾਮ ਕੀ ਮਹਿਮਾ ਮਹਾ। ਤੋ ਗੁਰੂ ਮਹਾਰਾਜ ਦੇ ਗੁਰੂ ਰਾਮਦਾਸ ਜੀ ਦੇ ਨਾਮ ਦੀ ਹੋਈ ਜਿਹੜੀ ਮਹਿਮਾ ਹੈ ਉਹ ਬੇਅੰਤ ਹੈ। ਰਚਹਿ ਗ੍ਰੰਥ ਸਾਹਿਬ ਪੁਨ ਇਹਾ। ਫਿਰ ਵੇਖੋ ਇਸ ਸਥਾਨ ਤੇ ਮਹਾਰਾਜ ਕਹਿੰਦੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਰਚਨਾ ਹੋਣੀ ਹੈ। ਜਾਂ ਤੇ ਨਾਮ ਰਾਮ ਸਰ ਹੋਵਾ। ਇਸ ਕਰਕੇ ਇਸ ਸਥਾਨ ਦਾ ਸਰੋਵਰ ਦਾ ਨਾਮ ਰਾਮ ਸਰ ਹੋਇਆ ਹੈ। ਪਾਤਕ ਘਾਤਕ ਮੱਜਤ ਜੋਵਾ। ਤੇ ਜੋ ਵੀ ਗੁਰਮੁਖੋ ਇਸ਼ਨਾਨ ਕਰਦਾ ਹੈ ਉਹਦੇ ਪਾਪ ਜਿਹੜੇ ਹਨ ਨਾਸ਼ ਹੋਣਗੇ। ਸੁਨ ਸੰਗਤ ਸਗਰੀ ਹਰ ਖਾਈ। ਤਾਂ ਸੁਣ ਕੇ ਸਾਰੀਆਂ ਸੰਗਤਾਂ ਪ੍ਰਸੰਨ ਹੋਈਆਂ ਹਨ। ਹਾਥ ਜੋੜ ਕਰਨ ਗਰੀਬ ਨਿਵਾਈ। ਹੱਥ ਜੋੜ ਕਰਕੇ ਆਪਣਾ ਸਿਰ ਨਿਵਾਇਆ ਹੈ। ਤਿਸ ਪਰਥਾਏ ਸ਼ਬਦ ਗੁਰ ਕੀਨਾ। ਤਾਂ ਫਿਰ ਇਸ ਸਥਾਨ ਸਰੋਵਰ ਦੇ ਪਰਥਾਏ ਗੁਰੂ ਮਹਾਰਾਜ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ। ਨਾਮ ਮਹਾਤਮ ਕੋ ਧਰ ਦੀਨਾ। ਨਾਲੇ ਤਾਂ ਮਹਾਰਾਜ ਨੇ ਨਾਮ ਧਰ ਦਿੱਤਾ ਤੇ ਨਾਲੇ ਸ਼ਬਦ ਦੇ ਵਿੱਚ ਇਸ ਰਾਮਸਰ ਸਾਹਿਬ ਦਾ ਜੋ ਮਹੱਤਵ ਹੈ ਸਰੋਵਰ ਦਾ ਉਹ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਹੈ। ਸ੍ਰੀ ਮੁਖ ਵਾਕ ਗੌੜੀ ਮਹੱਲਾ ਪੰਜਵਾ। ਨਿਤ ਪ੍ਰਤ ਨਾਵਣ ਰਾਮ ਸਰ ਕੀਜੈ। ਮਹਾਰਾਜ ਕਹਿੰਦੇ ਭਾਈ ਸੰਗਤ ਜੀ ਨਿਤਾ ਪ੍ਰਤੀ ਹਰ ਰੋਜ਼ ਇੱਥੇ ਅੰਮ੍ਰਿਤ ਵੇਲੇ ਉੱਠ ਕੇ ਰਾਮਸਰ ਸਰੋਵਰ ਵਿੱਚ ਇਸ਼ਨਾਨ ਕਰਿਆ ਕਰੋ। ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਤੇ ਉਹ ਝੋਲ ਭਾਵ ਆਪਣੇ ਅੰਦਰੋਂ ਝੋਲ ਕੇ ਹੁਲਾਸ ਦੇ ਨਾਲ ਫਿਰ ਇੱਥੇ ਜੋ ਵੱਡਾ ਆਤਮਕ ਮਹਾਰਸ ਲਓ ਤੇ ਇਸ ਰਾਮਸਰ ਦੇ ਅੰਮ੍ਰਿਤ ਜਲ ਨੂੰ ਛਕੋ। ਇਹਨੂੰ ਪੀਣਾ ਕਰੋ। ਇਹ ਵੀ ਹੈ ਕਿ ਸ਼ਬਦ ਦੇ ਅੰਤਰੀਵ ਭਾਵ ਵੀ ਨੇ ਪਰ ਇੱਥੇ ਪ੍ਰਥਾਏ ਸ਼ਬਦ ਹੈ। ਇਸ ਕਰਕੇ ਹੀ ਅਰਥ ਜਿਹੜੇ ਹੈ ਇਤਿਹਾਸ ਦੇ ਮੁਤਾਬਕ ਹੀ ਕਰਨੇ। ਫਿਰ ਅੱਗੇ ਗੁਰਮੁਖ ਜਨ ਜਿਵੇਂ ਪ੍ਰਥਾਏ ਅਰਥ ਕਰਨ ਤੋਂ ਬਾਅਦ ਫਿਰ ਭਾਵ ਅਰਥ ਵੀ ਨਾਲ ਦੀ ਨਾਲ ਉਹ ਗੁਰਮੁਖ ਉਦੋਂ ਹੁੰਦਾ ਜਦੋਂ ਨਿਰੋਲ ਸ਼ਬਦ ਗੁਰਬਾਣੀ ਦੀ ਕਥਾ ਹੋਵੇ। ਕਿਉਂਕਿ ਹੁਣ ਇਤਿਹਾਸ ਦੀ ਕਥਾ ਹੈ ਤਾਂ ਉਹ ਪ੍ਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰੇ ਹਨ। ਰਹਾਉ ਨਿਰਮਲ ਉਦਕ ਗੋਬਿੰਦ ਕਾ ਨਾਮ। ਭਾਈ ਜੋ ਪਰਮੇਸ਼ਰ ਦਾ ਨਾਮ ਹੈ ਜਿਵੇਂ ਦੇਖੋ ਨਿਰਮਲ ਹੈ ਇਸੇ ਤਰ੍ਹਾਂ ਹੀ ਨਿਰਮਲ ਉਦਕ ਇਸੇ ਤਰ੍ਹਾਂ ਹੀ ਜਿਹੜਾ ਇਹ ਰਾਮਸਰ ਤੀਰਥ ਦਾ ਜਲ ਹੈ ਇਹ ਵੀ ਜਾਣੋ ਉਜਲ ਨਿਰਮਲ ਹੈ। ਮੱਜਨ ਕਰਤ ਪੂਰਨ ਸਭ ਕਾਮ। ਜਿੱਥੇ ਇਸ਼ਨਾਨ ਕਰਨ ਦੇ ਨਾਲ ਪਰਮੇਸ਼ਰ ਦਾ ਨਾਮ ਜਪਣ ਨਾਲ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸੰਤ ਸੰਗ ਤਹ ਗੋਸ਼ਟ ਹੋਏ। ਤਾਂ ਫਿਰ ਇੱਥੇ ਮਹਾਰਾਜ ਕਹਿੰਦੇ ਸੰਤ ਸੰਗ ਇਸ ਤਰ੍ਹਾਂ ਭਾਈ ਇੱਥੇ ਸਾਧੂ ਸੰਤਾਂ ਦੀ ਸੰਗਤ ਜੁੜਿਆ ਕਰੂ। ਇਹ ਗੋਸ਼ਟਾਂ ਵਿਚਾਰਾਂ ਪਰਮੇਸ਼ਰ ਦੇ ਨਾਮ ਦੀਆਂ ਹੋਣਗੀਆਂ। ਕੋਟ ਜਨਮ ਕੇ ਕਿਲ ਵਿਖ ਖੋਏ। ਤੇ ਜਦੋਂ ਸਾਸੰਗ ਜੁੜਿਆ ਕਰੇਗੀ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਨੇ ਉਹ ਨਾਸ਼ ਹੋਣਗੇ। ਸਿਮਰਹਿ ਸਾਧ ਕਰਹਿ ਆਨੰਦ।
ਇੱਥੇ ਬੈਠ ਕੇ ਸਾਧੂ ਜਨ ਜਿਹੜੇ ਹਨ ਉਹ ਪਰਮੇਸ਼ਰ ਦਾ ਸਿਮਰਨ ਕਰਨਗੇ ਔਰ ਆਨੰਦ ਪ੍ਰਾਪਤ ਕਰਨਗੇ। ਮਨ ਤਨ ਰਵਿਆ ਪਰਮਾਨੰਦ। ਐਸੇ ਗੁਰਮੁਖ ਫਿਰ ਜਿਨ੍ਹਾਂ ਦੇ ਮਨ ਵਿੱਚ ਵੀ ਤਨ ਵਿੱਚ ਵੀ ਜੋ ਪਰਮ ਆਨੰਦ ਪਰਮੇਸ਼ਰ ਵਾਹਿਗੁਰੂ ਹੈ ਉਹ ਰਵਿਆ ਹੋਇਆ ਹੈ, ਐਸੇ ਗੁਰਮੁਖ ਇੱਥੇ ਇਕੱਤਰ ਹੋਣਗੇ। ਜਿਸ ਹੈ ਪ੍ਰਾਪਤ ਹਰ ਚਰਨ ਨਿਧਾਨ। ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਚਰਨ ਕਮਲਾਂ ਦਾ ਖਜ਼ਾਨਾ ਪ੍ਰਾਪਤ ਕਰ ਲਿਆ। ਨਾਨਕ ਦਾਸ ਤਿਸਹਿ ਕੁਰਬਾਨ। ਗੁਰੂ ਪਾਤਸ਼ਾਹ ਮਹਾਰਾਜ ਦਾਸਾ ਭਾਵ ਵਿੱਚ ਕਹਿੰਦੇ ਭਾਈ ਅਸੀਂ ਤਾਂ ਦਾਸ ਹਾਂ ਐਸੇ ਗੁਰਮੁਖਾਂ ਤੋਂ ਕੁਰਬਾਨ ਜਾਂਦੇ ਆ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਆਪਣੇ ਮਨ ਦੇ ਵਿੱਚ ਧਾਰਨ ਕਰ ਲਿਆ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿਫਤ ਉਚਾਰਨ ਕੀਤੀ ਹੈ। ਚੌਪਈ ਮੱਜਤ ਜਲ ਹੋਏ ਸ਼ਬਦ ਪਠੰਤਾ। ਤਾਂ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਇਸ ਜਲ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਇਹ ਸ਼ਬਦ ਪੜ੍ਹਨਾ। ਇਸ ਤੀਰਥ ਕਾ ਫਲ ਸੋ ਲਹੰਤਾ। ਉਹਨੂੰ ਫਿਰ ਇਸ ਤੀਰਥ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋਵੇਗਾ। ਸੁਨ ਕੋ ਸੰਗਤ ਬਾਕ ਬਿਲਾਸੇ। ਸੁਣ ਕਰਕੇ ਸੰਗਤਾਂ ਇਹ ਜਿਹੜੇ ਭਾਈ ਜਿਹੜੇ ਬਚਨ ਹਨ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਸਤਕ ਟੇਕਤ ਪਰਮ ਹੁਲਾਸੇ। ਵੱਡੇ ਪਰਮ ਹੁਲਾਸ ਵਿੱਚ ਆ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਦੀਆਂ ਹਨ। ਸਤਿਗੁਰ ਆਗਿਆ ਸਭ ਕੋ ਦੀਨ। ਫਿਰ ਮਹਾਰਾਜ ਨੇ ਭਾਈ ਸਾਹਿਬ ਨੂੰ ਇੱਥੋਂ ਜਾਣ ਦੀ ਆਗਿਆ ਦੇ ਦਿੱਤੀ। ਹਰ ਗੋਬਿੰਦ ਯੁਤ ਬਿਦਾ ਸੋ ਕੀਨ। ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਸੰਗਤਾਂ ਨੂੰ ਵਿਦਾ ਕਰ ਦਿੱਤਾ। ਆਪ ਰਹੇ ਤਹਿ ਕੇਤਕ ਦਾਸ। ਆਪ ਮਹਾਰਾਜ ਇੱਥੇ ਹੀ ਰਹੇ, ਕੁਝ ਸੇਵਕ ਵੀ ਨਾਲ ਹਨ। ਪ੍ਰੇਮੀ ਸਿੱਖ ਭਾਈ ਗੁਰਦਾਸ। ਹੋਰ ਪ੍ਰੇਮੀ ਸਿੱਖ ਜਾਂ ਭਾਈ ਗੁਰਦਾਸ ਜੀ ਮਹਾਨ ਗੁਰਸਿੱਖ ਉਹ ਮਹਾਰਾਜ ਦੇ ਨਾਲ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇੱਥੇ ਤੱਕ ਭਾਈ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ ਪੰਚਮ ਮਹੱਲੇ ਜੋ ਪੰਜਵੇਂ ਮਹੱਲੇ ਦੀ ਕਥਾ ਹੈ। ਰਾਮਸਰ ਸਰੋਵਰ ਡੇਰਾ ਲਾਵਨ ਪ੍ਰਸੰਗ ਵਰਣਨ ਕਿ ਕਿਵੇਂ ਰਾਮਸਰ ਸਰੋਵਰ ਇਹ ਸਥਾਨ ਬਣਿਆ, ਇੱਥੇ ਡੇਰਾ ਲਾਇਆ, ਇਹ ਪ੍ਰਸੰਗ ਵਰਣਨ ਕੀਤਾ ਹੈ। ਨਾਮ ਬਿੰਸਤ ਮੰਦਰ ਹੈ। 20ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਨਿਸਾ ਬਿਤੀ ਭੁਨ ਸਾਰ ਭੀ ਲਾਗਿਓ ਤਹਾਂ ਦੀਵਾਨ। ਫਿਰ ਰਾਤ ਬਤੀਤ ਹੋਈ ਤੇ ਸਵੇਰ ਸੂਰਜ ਦੀ ਲਾਲੀ ਔਰ ਦੀਵਾਨ ਲੱਗ ਗਿਆ ਹੈ। ਰਾਮ ਸਰੋਵਰ ਉਪਰੇ ਜਹ ਬੈਠੇ ਗੁਣ ਖਾਨ। ਉਹ ਰਾਮ ਸਰੋਵਰ ਜਿਹੜਾ ਹੈ ਜਿਹੜਾ ਰਾਮਸਰ ਸਾਹਿਬ, ਇਹ ਸਰੋਵਰ ਦੇ ਕਿਨਾਰੇ ਜਿੱਥੇ ਗੁਣਾਂ ਦੀ ਖਾਨ ਸਤਿਗੁਰੂ ਜੀ ਬੈਠੇ ਹਨ। ਸੁਨਿਓ ਸਰਬ ਸੰਸਾਰ ਮਹਿ ਸਤਿਗੁਰ ਗ੍ਰੰਥ ਬਨਾਈ। ਤਾਂ ਸਾਰੇ ਸੰਸਾਰ ਵਿੱਚ ਇਹ ਗੱਲ ਸੁਣੀ ਗਈ, ਫੈਲ ਗਈ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਮਹਾਨ ਗੁਰਬਾਣੀ ਦਾ ਗ੍ਰੰਥ ਤਿਆਰ ਕਰ ਰਹੇ ਹਨ। ਕਾਲ ਮਹਿ ਭਗਤ ਜੋ ਮੁਖ ਭਏ ਤਿਨ ਕੀ ਸੰਪਰਦਾਇ। ਤੇ ਫਿਰ ਜਿਹੜੇ ਕਲਯੁਗ ਦੇ ਵਿੱਚ ਮਹਾਨ ਮੁਖੀ ਭਗਤ ਹੋਏ ਐ ਉਹਨਾਂ ਦੀ ਜਿਹੜੀ ਸੰਪਰਦਾਇ ਦੇ ਸਾਧੂ ਹਨ। ਚੌਪਈ ਸੋ ਸਭ ਮਿਲ ਗੁਰ ਢਿਗ ਚੱਲ ਆਏ। ਉਹ ਵੀ ਸਾਰੇ ਮਿਲ ਕੇ ਗੁਰੂ ਸਾਹਿਬ ਦੇ ਕੋਲ ਚੱਲ ਕੇ ਆਏ ਹਨ।
ਪਗ ਬੰਦੇ ਬਹੁ ਸਤੁਤ ਕਰਾਏ। ਮਹਾਰਾਜ ਦੇ ਚਰਨਾਂ ਤੇ ਬੰਦਨਾ ਕਰਕੇ ਗੁਰੂ ਸਾਹਿਬ ਦੀ ਬਹੁਤ ਉਸਤਤ ਕਰਦੇ ਹਨ। ਸ੍ਰੀ ਗੁਰ ਸਭ ਕੋ ਆਦਰ ਕੀਨੀ, ਸ੍ਰੀ ਗੁਰ ਸਭ ਕੋ ਆਦਰ ਕੀਨਾ। ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੇ ਭਾਈ ਉਹਨਾਂ ਭਗਤਾਂ ਦਾ ਵੀ ਸਤਿਕਾਰ ਕੀਤਾ। ਪਾਨ ਦੇਸ਼ ਬੈਠੇ ਸੁਖ ਲੀਨਾ। ਗੁਰੂ ਸਾਹਿਬ ਨੇ ਆਗਿਆ ਕੀਤੀ ਵੀ ਗੁਰਮੁਖੋ ਸਾਧੂਓ ਭਗਤੋ ਬਹਿ ਜਾਓ, ਤੇ ਉਹ ਭਾਈ ਆਗਿਆ ਪਾ ਕਰਕੇ ਬੈਠ ਕੇ ਸੁਖ ਪ੍ਰਾਪਤ ਕਰਦੇ ਹਨ। ਸ੍ਰੀ ਸਤਿਗੁਰ ਤਬ ਗਿਰਾ ਅਲਾਈ। ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਿਰ ਬਚਨ ਕਹੇ, ਮਹਾਂਪੁਰਖ ਆਏ ਸਮਦਾਈ। ਕਿ ਭਾਈ ਜਿੰਨੇ ਵੀ ਇਹ ਸਾਰੇ ਮਹਾਂਪੁਰਸ਼ ਜਿੰਨੇ ਵੀ ਸਾਰੇ ਪਹੁੰਚੇ ਹਨ, ਤੁਮਰੇ ਵੱਡੇ ਭਏ ਕਲ ਮਾਹੀ। ਜਿਹੜੇ ਤੁਹਾਡੇ ਵਡੇਰੇ ਹੋਏ ਨੇ, ਜੋ ਕਲਯੁਗ ਦੇ ਵਿੱਚ ਅਗਲੇ ਪਹਿਲੇ ਸਮੇਂ ਵਿੱਚ ਆਪ ਮੁਕਤ ਬਹੁ ਮੁਕਤ ਕਰਾਹੀ। ਉਹ ਆਪ ਵੀ ਭਗਤੀ ਕਰਕੇ ਪਰਮੇਸ਼ਰ ਦੀ ਮੁਕਤ ਹੋਏ, ਤੇ ਹੋਰ ਵੀ ਬੇਅੰਤ ਨੂੰ ਪਰਮੇਸ਼ਰ ਦੀ ਭਗਤੀ ਨਾਲ ਜੋੜ ਕੇ ਮੁਕਤ ਕੀਤਾ ਹੈ। ਅਬ ਤਿਨ ਕੇ ਤੁਮ ਹੋ ਅਸਥਾਨ। ਹੁਣ ਭਾਈ ਤੁਸੀਂ ਉਹਨਾਂ ਦੇ ਸਥਾਨ ਤੇ ਬਿਰਾਜਮਾਨ ਹੋ। ਦੀਨ ਦਰਸ ਅਤ ਦਇਆ ਸੁਠਾਨ। ਮਹਾਰਾਜ ਕਹਿੰਦੇ ਤੁਸੀਂ ਬੜੀ ਦਇਆ ਕੀਤੀ ਹੈ, ਜੋ ਦਰਸ਼ਨ ਦਿੱਤੇ ਹਨ। ਨਿਜ ਆਗਮਨ ਹੇਤ ਬਹੁ ਸੰਤ। ਤੋ ਆਪਣੇ ਆਉਣ ਦੇ ਵਾਸਤੇ ਭਾਈ ਜਿੰਨੇ ਵੀ ਤੁਸੀਂ ਆਏ ਹੋ, ਆਪਣੇ ਆਉਣ ਦਾ ਜੋ ਕਾਰਨ ਹੈ, ਕਰੋ ਬਤਾਵਨ ਜੋ ਮਤੰਤ। ਤੋ ਜੋ ਵੀ ਭਾਈ ਤੁਹਾਡਾ ਮਤਾ ਸਲਾਹ ਮਤੰਤ ਹੈ, ਉਹ ਮਹਾਰਾਜ ਕਹਿੰਦੇ ਤੁਸੀਂ ਦੱਸਣਾ ਕਰੋ। ਸੁਣ ਗੁਰ ਬਚਨ ਸੰਤ ਹਰ ਖਾਏ। ਤਾਂ ਇਹ ਸੁਣ ਕੇ ਗੁਰੂ ਸਾਹਿਬ ਦੇ ਬਚਨ ਉਹ ਸੰਤ ਪੁਰਸ਼ ਖੁਸ਼ ਹੋਏ। ਤਿਨ ਮਹਿ ਮੁਖ ਬ੍ਰਿਧ ਜੋ ਆਏ। ਉਹਨਾਂ ਦੇ ਵਿੱਚ ਜਿਹੜੇ ਮੁਖੀ ਸਨ ਬਿਰਧ, ਉਹ ਵੀ ਜਿਹੜੇ ਭਾਈ ਆਏ ਹਨ। ਕਹਿਣ ਲੱਗੇ ਹੇ ਗੁਰ ਉਪਕਾਰੀ। ਕਹਿਣ ਲੱਗੇ ਹੇ ਗੁਰੂ ਅਰਜਨ ਦੇਵ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਜੀ, ਨਹਿ ਕੋ ਤੋ ਸਮ ਜਗਤ ਮਝਾਰੀ। ਤੁਹਾਡੇ ਵਰਗਾ ਕੋਈ ਹੋਰ ਇਸ ਸਮੇਂ ਜਗਤ ਵਿੱਚ ਨਹੀਂ ਹੈ। ਸੁਮਤ ਬਿਲੋਚਨ ਜਿਨ ਕੇ ਨਾਹਿਨ। ਤੁਹਾਡੇ ਬਰਾਬਰ ਮਹਾਰਾਜ ਜੀ ਸੁਮਤ ਬਿਲੋਚਨ, ਕੋਈ ਸ੍ਰੇਸ਼ਟ ਮਤ ਤੁਹਾਡੇ ਵਰਗਾ ਕੋਈ ਹੋਰ ਨਹੀਂ ਦੇਖਿਆ ਜਾਂਦਾ। ਸਮਦਮ ਸਥਲ ਸੋ ਬਾਹਿਨ ਜਾਹਿਨ। ਸਮਦਮ, ਸਮ ਕਰਨਾ, ਸਮ ਕਹਿੰਦੇ ਨੇ ਮਨ ਨੂੰ ਰੋਕਣਾ, ਦਮ ਕਹੀਏ ਇੰਦਰੀਆਂ ਨੂੰ ਰੋਕਣਾ। ਇਹਨੂੰ ਕਿਹਾ ਜਾਂਦਾ ਸਮਦਮ ਕਰਨਾ, ਭਾਵ ਜਿਹੜੀ ਇੰਦਰੀਆਂ ਦੀ 10 ਇੰਦਰੀਆਂ ਦੀ ਦੌੜ ਭੱਜ ਹੈ, ਚਾਹੇ ਗਿਆਨ ਇੰਦਰੀ ਚਾਹੇ ਕਰਮ ਇੰਦਰੀ ਹੈ, ਉਹਨਾਂ ਦੇ ਵੇਗ ਨੂੰ ਰੋਕ ਕੇ ਸੂਖਮ ਕਰਨਾ, ਤਰੀਬ, ਇਹਨੂੰ ਕਹਿੰਦੇ ਨੇ ਦਮ ਕਰਨਾ। ਸਮ ਨਾਮ ਹੁੰਦਾ ਹੈ ਮਨ ਦੀ ਜਿਹੜੀ ਫੁਰਨੇ ਹੈ, ਇਸ ਨੂੰ ਰੋਕਣਾ। ਇਹਨੂੰ ਸਮਦਮ ਗ੍ਰੰਥਾਂ ਵਿੱਚ ਲਿਖਿਆ। ਅੱਜ ਕੱਲ ਨਵੀਨ ਪੁਸਤਕਾਂ ਵਿੱਚ ਇਹ ਸ਼ਬਦਾਵਲੀ ਹੈ ਨਹੀਂ। ਜਿਹੜੇ ਪੁਰਾਤਨ ਸਿੱਖੇ ਕਥਾ ਜਾਂ ਗੁਰਮੁਖਾਂ ਕੋਲੇ ਰਹੇ, ਉਹਨਾਂ ਨੂੰ ਇਹ ਜਾਂ ਪੁਰਾਤਨ ਗ੍ਰੰਥਾਂ ਨੂੰ ਪੜ੍ਹਦੇ ਉਹਨਾਂ ਨੂੰ ਪਤਾ ਕਿ ਸਮਦਮ ਕੀ ਹੁੰਦਾ ਹੈ। ਹੁਣ ਵਾਲਿਆਂ ਨੂੰ ਪੁੱਛੇ ਸਮਦਮ ਕੀ ਹੈ, ਉਹ ਉਲਝਣ 'ਚ ਪੈ ਜਾਂਦੇ ਜੀ, ਇਹ ਤਾਂ ਨਹੀਂ ਸਾਨੂੰ ਪਤਾ। ਕਿਉਂਕਿ ਹੁਣ ਜਿਹੜੀ ਪੁਰਾਤਨਤਾ ਹੈ ਉਹ ਆਪਣੇ ਜੀਵਨ 'ਚੋਂ ਗਵਾਈ ਜਾਂਦੇ ਹਨ। ਸਮਦਮ ਸਥਲ ਸੋ ਬਾਹਿਨ ਜਾਹਿਨ। ਤੇ ਇਸ ਤਰ੍ਹਾਂ ਭਾਈ ਜਿਹੜਾ ਇੰਦਰੀਆਂ ਨੂੰ ਸਥਲ ਕਰਨਾ, ਸਮਦਮ ਕਰਕੇ, ਸੋ ਬਾਹਨ ਜਾਹਨ, ਜਿਹੜੀਆਂ ਬਾਹਰ ਨੂੰ ਜਾਂਦੇ ਸਨ। ਤਪ ਮਖ ਪਗ ਤੇ ਜੋ ਨਰ ਹੀਨੇ। ਤਪ ਕਹੀਏ, ਹੋਰ ਮਖ ਨਾਮ ਤਪ ਕਰਨੇ, ਮਖ ਨਾਮ ਯੱਗ,
ਤੇ ਇਸ ਤਰ੍ਹਾਂ ਭਾਈ ਤਪ ਔਰ ਜਗ ਰੂਪੀ ਪੈਰਾਂ ਤੋਂ ਜਿਹੜੇ ਪ੍ਰਾਣੀ ਹੀਣੇ ਹਨ, ਤਿਨ ਹਿਤ ਗ੍ਰੰਥ ਭੂਤ ਬਹੁ ਚਹੁ ਕੀਨੇ, ਉਹਨਾਂ ਦੇ ਭਲੇ ਵਾਸਤੇ। ਵੀ ਭਾਵ ਕੀ ਸੀ, ਪਹਿਲੇ ਸਮਿਆਂ ਦੇ ਵਿੱਚ ਜਿਹੜਾ ਹੈ ਇੰਦਰੀਆਂ ਨੂੰ ਰੋਕਣ ਦੇ ਵਾਸਤੇ ਤਪ ਕਰ ਲਏ ਜਾਂਦੇ ਸਨ ਤੇ ਜਗ ਕਰ ਲਏ। ਦੋ ਪੈਰ ਸੀ ਮੁੱਖ ਪਹਿਲੇ ਸਮਿਆਂ ਵਿੱਚ, ਇੱਕ ਤਪ ਤੇ ਦੂਜਾ ਯੱਗ। ਤੇ ਜਿਹੜਾ ਹੁਣ ਸਮਾਂ ਕਲਯੁਗ ਦਾ ਆ ਗਿਆ, ਇਹਦੇ ਵਿੱਚ ਨਾ ਤੇ ਉੱਡੇ ਵੱਡੇ ਤਪ ਹੋ ਸਕਦੇ ਐ, ਨਾ ਭਾਈ ਉਹ ਜੇ ਜੱਗ ਹੋ ਸਕਦੇ ਨੇ। ਇਸ ਕਰਕੇ ਫਿਰ ਇਹ ਦੋ ਪੈਰਾਂ ਤੋਂ ਕਲਯੁਗ ਦੇ ਪ੍ਰਾਣੀ ਹੀਣੇ ਨੇ। ਤਾਂ ਇਸ ਨੂੰ ਫਿਰ ਜਹਾਜ਼ ਵਿੱਚ ਹੁਣ ਜਿਹੜਾ ਜਿਹਦੇ ਪੈਰ ਨਾ ਹੋਣ, ਉਹਨੂੰ ਗੁਰਮੁਖੋ ਕਿਸੇ ਆਸਰੇ ਤਾਂ ਦੂਜੀ ਜਗ੍ਹਾ ਲਿਜਾਇਆ ਜਾ ਸਕਦਾ ਹੈ, ਤੁਰ ਕੇ ਨਹੀਂ ਜਾ ਸਕਦਾ ਉਹ। ਤਾਂ ਉਹਨੂੰ ਕੋਈ ਆਸਰਾ ਤਾਂ ਚਾਹੀਦਾ ਨਾ। ਆਹ ਭਵਜਲ ਹੈ, ਹੁਣ ਇਹਦੇ ਵਿੱਚੋਂ ਪਾਰ ਕਰਨ ਵਾਸਤੇ ਪੋਤ ਨਾਮ ਹੈ ਬੇੜੇ ਦਾ। ਜਹਾਜ਼ ਕਹਿ ਲੋ ਅੱਜ ਕੱਲ ਸ਼ਬਦਾਂ ਵਿੱਚ, ਤੇ ਬੇੜਾ ਕਹਿ ਲੋ। ਪਹਿਲੇ ਸਮਿਆਂ ਵਿੱਚ ਜਿਹੜਾ ਬੇੜਾ ਜਹਾਜ਼ ਉਹ ਗੁਰਮੁਖੋ ਲੱਕੜ ਦੇ ਤਿਆਰ ਕਰਦੇ ਹੁੰਦੇ ਸੀ। ਤੇ ਹੌਲੀ ਹੌਲੀ ਇਹ ਹੁਣ ਇਹੋ ਜਿਹੀਆਂ ਗੱਲਾਂ ਚੱਲਦੀਆਂ ਨੇ ਬਹੁਤ, ਕਿਉਂਕਿ ਅੱਜ ਕੱਲ ਬੇਵਕੂਫਾਂ ਦੀ ਕੋਈ ਕਮੀ ਨਹੀਂ ਹੈ ਜਗਤ ਦੇ ਉੱਤੇ, ਚਾਹੇ ਕਿੰਨੀ ਮਰਜ਼ੀ ਇਕੱਠੇ ਕਰ ਲੋ। ਉਹ ਇੱਕ ਨਾ ਵੀ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਪਾਰ ਉਤਾਰਨ ਹਾਰ। ਕਹਿੰਦਾ ਜੀ ਇਹ ਤਾਂ ਜਹਾਜ਼ ਤਾਂ ਸ਼ਬਦ ਹੀ ਅੰਗਰੇਜ਼ਾਂ ਮੁੱਕਿਆ, ਜਹਾਜ਼ ਤਾਂ ਉਦੋਂ ਬਣਾਏ ਐ, ਇਹ ਤਾਂ ਅੰਗਰੇਜ਼ਾਂ ਨੇ ਸ਼ਬਦ ਬਣਾਇਆ ਜਿਹੜੀ ਤੁਕਬੰਦੀ ਹੈ। ਉਹ ਪਹਿਲਾਂ ਤਾਂ ਉਹਨੂੰ ਇਹ ਨਾ ਪਤਾ ਵੀ ਇਹ ਗੁਰਬਾਣੀ ਵਿੱਚ ਹੈ, ਜਾਂ ਉਹ ਕਹੇ ਜੀ ਇਹ ਗੁਰਬਾਣੀ ਤਾਂ ਕਿ ਅੰਗਰੇਜ਼ਾਂ ਨੇ ਲਿਖਤੀ। ਫਿਰ ਵੀ ਭਾਈ ਇਹ ਤਾਂ ਇਤਿਹਾਸਕ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਨਾ ਹੈ। ਹੁਣ ਤੁਸੀਂ ਤਾਂ ਸੰਗਤ ਕਰਦੇ ਹੋ, ਪਤਾ ਹੈ। ਤੇ ਇਸ ਕਰਕੇ ਇਹ ਜਿਹੜਾ ਹੈ ਪੁਰਾਤਨ ਸਮਿਆਂ ਵਿੱਚ ਲੱਕੜ ਦੇ ਬੇੜਿਆਂ ਨੂੰ ਵੀ ਜਹਾਜ਼, ਤੇ ਜੇ ਤਾਂ ਬਹੁਤ ਪੁਰਾਣੇ ਪਹਿਲਾਂ ਜਿਹੜੇ ਪੋਤ ਨਾਮ ਜਾਂ ਬੇੜਾ ਜਾਂ ਜਹਾਜ਼ ਕਿਹਾ ਜਾਂਦਾ ਸੀ, ਅੱਗੇ ਹਵਾ ਦੇ ਵੇਗ ਨਾਲ ਹੁੰਦੇ ਸੀ, ਬਹੁਤ ਵੱਡੇ ਵੱਡੇ ਪਰਦੇ ਲੱਗਦੇ ਹੁੰਦੇ ਸੀ ਉਹਨਾਂ ਦੇ। ਫਿਰ ਉਹ ਹਵਾ ਦੇ ਹਿਸਾਬ ਨਾਲ ਉਹ ਪਰਦੇ ਨੂੰ ਇੱਧਰ ਉੱਧਰ ਕਰ ਲਿਆ ਜਾਂਦਾ ਸੀ, ਹਵਾ ਉਹਨੂੰ ਧੱਕੀ ਜਾਂਦੀ ਹੁੰਦੀ ਸੀ ਪਰਦੇ ਦੇ ਨਾਲ। ਤੇ ਇਹ ਤੁਸੀਂ ਵੇਖੇ ਹੋਣੇ ਆ ਪੁਰਾਤਨ ਤਸਵੀਰਾਂ ਜੀਆਂ ਪੁਰਾਣੇ ਜਹਾਜ਼ਾਂ ਦੀਆਂ, ਬੇੜਿਆਂ ਦੀਆਂ, ਉੱਚਾ ਉੱਚਾ ਪਰਦਾ ਲੱਗਿਆ ਹੁੰਦਾ ਸੀ ਉਹਨਾਂ ਦੇ ਉੱਤੇ, ਝੰਡੇ ਦੀ ਸ਼ਕਲ ਦਾ। ਤੋ ਉਸ ਕਰਕੇ ਹੁਣ ਜਿਹਨੂੰ ਨਹੀਂ ਹੈ ਪਤਾ ਉਹ ਇਹੋ ਜਿਹਾ ਕੁਝ ਛੱਡੀ ਜਾਂਦੇ ਆ। ਤਿਨ ਹਿਤ ਗ੍ਰੰਥ ਪੋਤ ਚਹੁ ਕੀਨੇ, ਉਹ ਸਾਰੇ ਸੰਤ ਮਹੰਤ ਕਹਿੰਦੇ ਮਹਾਰਾਜ ਜੀ ਵੀ ਜਿਨ੍ਹਾਂ ਕੋਲੇ ਤਪ ਜਗ ਰੂਪੀ ਪੈਰ ਹੈ ਨਹੀਂ ਸੀ ਕਲਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ, ਤਿਨ ਹਿਤ ਉਹਨਾਂ ਦੇ ਵਾਸਤੇ ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਜੋ ਇਹ ਪਾਵਨ ਆਦ ਗ੍ਰੰਥ ਹੈ, ਪੋਤ ਚਹੁ ਕੀਨੇ, ਐਸਾ ਬੇੜਾ ਜਹਾਜ਼ ਤਿਆਰ ਕਰਨਾ ਚਾਹੁੰਦੇ ਹੋ। ਸਾਗਰ ਅਗਨ ਸੰਸਾਰ ਅਗਾਹੂ, ਜੋ ਇਹ ਸੰਸਾਰ ਹੈ ਇਹ ਅੱਗ ਦਾ ਸਾਗਰ ਹੈ, ਤੇ ਇਹਨੂੰ ਭੌਜਲ ਵੀ ਲਿਖਿਆ, ਅਗਨੀ ਦਾ ਸਾਗਰ ਵੀ ਕਿਹਾ ਸੰਸਾਰ ਨੂੰ। ਅਗਾਹੂ ਕਹੀਏ ਬਹੁਤ ਡੂੰਘਾ ਹੈ, ਜਿਸ ਪੋਤਾਸ਼ਰੈ ਗਨ ਤਰ ਜਾਹੂ, ਜਿਸ ਪੋਤਾਸ਼ਰੈ। ਤੇ ਇੱਥੇ ਦੋ ਸ਼ਬਦਾਂ ਦਾ ਜੋੜ ਹੈ। ਪੋਤਾਸ਼ਰੈ ਦਾ ਭਾਵ ਹੈ ਪੋਤ ਤੇ ਆਸ਼ਰਾ। ਪੋਤਾ ਸ਼ਬਦ ਵੀ ਇੱਥੋਂ ਹੀ ਬਣਿਆ ਗੁਰਮੁਖੋ। ਤੇ ਜਿਸ ਪੋਤਾਸ਼ਰੈ, ਜਿਸ ਫਿਰੇ ਦੇਖੋ ਬੇੜਾ ਜਿਹੜਾ ਹੈ ਇਹਦੇ ਆਸਰੇ ਗਨ ਤਰ ਜਾਊ, ਬੇਅੰਤ ਤਰ ਜਾਣਗੇ। ਹਮ ਸੁਨ ਕਰ ਸਭ ਭਗਤਨ ਚੇਲੇ, ਅਸੀਂ ਇਹ ਸੁਣ ਕੇ ਸਾਰੇ ਉਹ ਭਗਤਾਂ ਦੇ ਚੇਲੇ। ਆਵਤ ਭੇ ਬਿਨਤੀ ਕਰ ਮੇਲੇ, ਕਿਉਂ ਮਿਲ ਕਰਕੇ ਬੇਨਤੀ ਕਰਨ ਆਏ ਹਾਂ। ਜੋ ਭਗਤਨ ਨੇ ਸ਼ਬਦ ਉਚਾਰੇ, ਕਿ ਜਿਹੜੇ ਭਗਤ ਜਨਾਂ ਨੇ ਸ਼ਬਦ ਉਚਾਰਨ ਕੀਤੇ। ਸੋ ਲਿਖੋ ਨਿਜ ਗ੍ਰੰਥ ਮਝਾਰੇ, ਉਹ ਵੀ ਕਿਰਪਾ ਕਰਕੇ ਆਪਣੇ ਇਸ ਗ੍ਰੰਥ ਦੇ ਵਿੱਚ ਤੁਸੀਂ ਲਿਖਣਾ ਕਰੋ। ਕਿਉਂਕਿ ਰਾਵ ਰਜੋ ਉਪਕਾਰ,
ਕਿਉਂ ਕਰਕੇ ਮਹਾਰਾਜ ਜੀ ਜੋ ਤੁਸੀਂ ਇਹ ਪਰਉਪਕਾਰ ਜੋ ਹੈ ਕਰਨ ਲੱਗੇ ਬਿਦ ਤਹਿ ਸੰਸਾਰ, ਇਹ ਕਰਨ ਲੱਗੇ ਹੋ ਆਦ ਗ੍ਰੰਥ ਸਰੂਪ ਤਿਆਰ ਕਰਨ ਲੱਗੇ ਹੋ, ਇਹ ਸੰਸਾਰ ਦੇ ਵਿੱਚ ਪ੍ਰਗਟ ਹੋਵੇਗਾ। ਇਹ ਗੁਰਮੁਖੋ ਪ੍ਰਤੱਖ ਹੈ ਗੱਲ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਭਗਤਾਂ ਦੀ ਬਾਣੀ ਆ ਗਈ ਦੇਖੋ ਉਹ ਵੀ ਨਾਲ ਪ੍ਰਗਟ ਹੋ ਗਏ। ਵਰਨਾ ਹੁਣ 15 ਭਗਤਾਂ ਦੀ ਬਾਣੀ ਹੈ ਤੇ ਉਦੋਂ ਬਿਨਾ ਕੋਈ ਜਾਣਦਾ ਹੈ ਕਿਸੇ ਨੂੰ? ਇਹ ਤਾਂ ਪਰਉਪਕਾਰ ਹੈ ਗੁਰੂ ਸਾਹਿਬ ਦਾ ਕਿ ਸਾਰੇ ਭਗਤ ਵੀ ਜਗਤ ਤੇ ਪ੍ਰਗਟ ਹੋ ਗਏ। ਕਹਿੰਦੇ ਜੀ ਇਹ ਤੁਸੀਂ ਪਰਉਪਕਾਰ ਕਰ ਰਹੇ ਹੋ, ਕਿਰਪਾ ਕਰਕੇ ਵੀ ਉਹ ਸ਼ਬਦ ਉਚਾਰਨ ਕਰਦੇ ਹੋ। ਤੇ ਜੇ ਤੁਸੀਂ ਇਹ ਐਸਾ ਸੰਸਾਰ ਦੇ ਵਿੱਚ ਪਰਉਪਕਾਰ ਕਰਨ ਲੱਗੋ ਜੋ ਸੰਸਾਰ 'ਚ ਪ੍ਰਗਟ ਹੋਵੇਗਾ, ਤਾਂ ਤੇ ਹਮ ਜਿਸ ਕੇ ਸ਼ਿਸ਼ ਹੈ, ਤਾਂ ਕਰਕੇ ਮਹਾਰਾਜ ਜੀ ਅਸੀਂ ਜਿਹੜੇ ਵੀ ਭਗਤ ਦੇ ਸ਼ਿਸ਼ ਹਾਂ, ਚੇਲੇ ਹਾਂ, ਤਿਨਹੁ ਨਾਮ ਭੀ ਜਗ ਮੈਂ ਰਹਿ ਹੈ। ਉਹਨਾਂ ਭਗਤਾਂ ਦਾ ਵੀ ਨਾਮ ਮਹਾਰਾਜ ਜੀ ਜਗਤ ਦੇ ਵਿੱਚ ਰਹਿ ਜਾਵੇਗਾ। ਸ੍ਰੀ ਅਰਜਨ ਸੁਨ ਭਗਤਨ ਬੇਨਤੀ, ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਉਹਨਾਂ ਭਗਤਾਂ ਦੀ ਬੇਨਤੀ ਸੁਣ ਕੇ ਹੇਤ ਲਿਖਾਵਨ ਕੀਨ ਸਗਿਨਤੀ, ਤਾਂ ਉਹ ਸ਼ਬਦ ਲਿਖਾਉਣ ਦੇ ਵਾਸਤੇ ਸਾਰੀ ਵਿਚਾਰ ਗਿਣਤੀ ਕੀਤੀ। ਸਭ ਹਨ ਸੋ ਸ੍ਰੀ ਗੁਰ ਫੁਰਮਾਇਓ, ਸਾਰਿਆਂ ਨੂੰ ਸ੍ਰੀ ਗੁਰੂ ਮਹਾਰਾਜ ਨੇ ਬਚਨ ਕਹੇ। ਭਗਤਨ ਸ਼ਬਦ ਜੋ ਹੈ ਤੁਮ ਪਾਇਓ, ਭਾਈ ਤੁਹਾਡੇ ਵਡੇਰੇ ਭਗਤਾਂ ਦੇ ਜਿਹੜੇ ਸ਼ਬਦ ਤੁਹਾਡੇ ਕੋਲ ਹਨ, ਸੋ ਪੋਥੀਆਂ ਹਮ ਕੋ ਦੀਜੈ, ਉਹ ਪੋਥੀਆਂ ਫਿਰ ਸ਼ਬਦਾਂ ਦੀਆਂ ਸਾਨੂੰ ਦੇ ਦਿਓ। ਲਿਖੈ ਗ੍ਰੰਥ ਮਹਿ ਸ਼ੰਕ ਨ ਕੀਜੈ, ਕੋਈ ਮਨ ਵਿੱਚ ਸ਼ੰਕਾ ਨਾ ਕਰੋ, ਸਾਰੀ ਉਹ ਬਾਣੀ ਗ੍ਰੰਥ ਵਿੱਚ ਲਿਖਾਂਗੇ। ਸੁਨ ਹਰਖੇ ਪੋਥੀਨ ਜੋ ਲਿਆਏ, ਤੇ ਜਿਹੜੇ ਫਿਰ ਪੋਥੀਆਂ ਲੈ ਕੇ ਆਏ ਸਾਨੂੰ ਸੁਣ ਕੇ ਸਾਰੇ ਖੁਸ਼ ਹੋਏ। ਸ੍ਰੀ ਸਤਿਗੁਰ ਕੋ ਦੀਨ ਤਦਾਏ, ਸ੍ਰੀ ਗੁਰੂ ਮਹਾਰਾਜ ਨੂੰ ਫਿਰ ਉਹ ਪੋਥੀਆਂ ਸੌਂਪ ਦਿੱਤੀਆਂ। ਲੈ ਸਤਿਗੁਰ ਸੋ ਭੀ ਢਿਗ ਰਾਖੀ, ਉਹ ਵੀ ਲੈ ਕਰਕੇ ਸਤਿਗੁਰੂ ਪਾਤਸ਼ਾਹ ਨੇ ਕੋਲ ਰੱਖੀਆਂ ਹਨ। ਬਿਦਾ ਦੀਨ ਸਭ ਕੋ ਮ੍ਰਿਦ ਭਾਖੀ, ਤੋ ਬਿਦਾ ਕਰਨ ਦੇ ਵਾਸਤੇ ਸਾਰਿਆਂ ਨੂੰ ਸਤਿਗੁਰ ਨੇ ਮਿੱਠੇ ਬਚਨ ਬਾਣੀ ਕਹੇ ਹਨ। ਸੁਨੋ ਪ੍ਰੇਮ ਹਰ ਕਥਾ ਰਸਾਲਾ, ਅੱਗੇ ਕਹਿੰਦੇ ਸੰਤ ਰੇਣ ਪ੍ਰੇਮ ਸਿੰਘ ਜੀ ਕਿ ਹੇ ਬਾਬਾ ਪ੍ਰੇਮ ਸਿੰਘ ਬੇਦੀ, ਸੁਣੋ ਪ੍ਰੇਮ ਹਰ, ਹੇ ਬਾਬਾ ਪ੍ਰੇਮ ਸਿੰਘ ਸੁਣੋ ਕਥਾ ਰਸਾਲਾ। ਇਹ ਗੁਰੂ ਦੀ ਰਸ ਰਹਿਤ, ਰਸ ਆਲਾ, ਰਸਾਂ ਦਾ ਘਰ। ਆਲਾ ਨਾਮ ਘਰਾਂ ਦਾ ਹੈ। ਇਹ ਆਲੇ ਤੋਂ ਹੀ ਆਲਾ ਬਣਿਆ। ਪੁਰਾਣੇ ਸਮੇਂ 'ਚ ਘਰਾਂ 'ਚ ਹੁੰਦੇ ਸੀ ਆਲੇ, ਤੇ ਉਹ ਆਲਾ ਭਾਵ ਉਹ ਵੀ ਇੱਕ ਤਰ੍ਹਾਂ ਦਾ ਘਰ ਹੀ ਹੁੰਦਾ ਸੀ। ਉਸੇ ਤਰ੍ਹਾਂ ਦਾ ਦੇਖੋ ਬਣਾਇਆ ਜਾਂਦਾ। ਉਹੇ ਜਿਹੀ ਜਿਹੜੀਆਂ ਪੁਰਾਣੇ ਸਮੇਂ 'ਚ ਮੂਹਰੇ ਘਰ ਦਾ ਦਰਵਾਜ਼ਾ ਜਾਂ ਬਣਾਉਂਦੇ ਹੁੰਦੇ ਸੀ, ਮੂਹਰਾ ਦਲਾਨ, ਉਹ ਸੇਮ ਉਹੀ ਇੱਕ ਬਿੰਨ ਕੰਧ ਦੇ ਵਿੱਚ ਬਣਾ ਲਿਆਂਦਾ ਛੋਟਾ। ਉਹ ਫਿਰ ਉਹਦਾ ਹੁੰਦਾ ਦੀਵਾ ਰੱਖਣ ਵਾਸਤੇ, ਉਹਦੇ ਵਿੱਚ ਪ੍ਰਕਾਸ਼ ਦੀਵਾ ਧਰਨ ਨੂੰ ਆਲਾ, ਤੇ ਉਹ ਉੱਥੋਂ ਹੀ ਬਣਿਆ ਨਾ ਜਿਹੋ ਜਿਹੇ ਆਲੇ ਉਹ ਜਿਹੇ ਦੀਵੇ ਉਵੇਂ ਫਿਰ। ਤੇ ਇਹ ਜਿਹੜਾ ਹੈ ਆਲਾ ਨਾਮ ਹੈ ਘਰ ਦਾ। ਤੋ ਮਹਾਰਾਜ ਨੇ ਇਹ ਸੁਣੋ ਪ੍ਰੇਮ ਹਰ ਕਥਾ ਰਸਾਲਾ, ਰਸ ਆਲਾ ਤੋਂ ਰਸਾਲਾ ਸ਼ਬਦ ਬਣਿਆ, ਭਾਵ ਰਸ ਦਾ ਘਰ ਹੈ ਜੋ ਇਹ ਕਥਾ। ਸੰਤ ਰੇਣ ਪ੍ਰੇਮ ਸਿੰਘ ਕਹਿਣ ਲੱਗੇ ਕਿ ਹੇ ਬਾਬਾ ਪ੍ਰੇਮ ਸਿੰਘ ਬੇਦੀ ਸਰਵਣ ਕਰੋ। ਸ੍ਰੀ ਬ੍ਰਿਧ ਸੋ ਭਾਖਿਓ ਕਿਰਪਾਲਾ, ਹੁਣ ਸ੍ਰੀ ਬਾਬਾ ਬੁੱਢਾ ਜੀ ਨੂੰ ਕਿਰਪਾਲੂ ਸਤਿਗੁਰੂ ਨੇ ਕਿਹਾ, ਹੋਣ ਅਕਾਕੀ ਹਮ ਅਬ ਚਾਹਤ, ਹੇ ਬਾਬਾ ਬੁੱਢਾ ਜੀ ਅਸੀਂ ਹੁਣ ਇਕਾਕੀ ਹੋਣਾ ਚਾਹੁੰਦੇ ਹਾਂ, ਵੱਖਰੇ ਭਾਵ ਇਕਾਂਤ ਹੋਣਾ ਚਾਹੁੰਦੇ ਹਾਂ। ਹਿਤ ਦਰਸ਼ਨ ਸਭ ਸਿੱਖ ਮਾਹਤ, ਤੇ ਜਿਹਨੇ ਵੀ
ਜਿਹੜੇ ਸਿੱਖ ਨੇ ਉਤਸ਼ਾਹ ਨਾਲ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਜਾਤੇ ਸ੍ਰੀ ਬੁੱਢਾ ਆਵ ਜਾਵਹੁ। ਇਸ ਕਰਕੇ हे ਬਾਬਾ ਬੁੱਢਾ ਜੀ, ਹੁਣ ਤੁਸੀਂ ਇਉਂ ਕਰੋ, ਜਾਓ ਸਭ ਸੰਗਤ ਕੋ ਤਹਾਂ ਟਿਕਾਵਹੁ। ਸਾਰੀਆਂ ਸੰਗਤਾਂ ਨੂੰ ਅੰਮ੍ਰਿਤਸਰ ਹੀ ਰੋਕੋ, ਅੰਮ੍ਰਿਤ ਸਰੋਵਰ ਤੇ ਹੀ, ਭਾਵ ਇਧਰ ਨਹੀਂ ਲਿਆਉਣਾ ਹੈ ਕਿਸੇ ਨੂੰ ਵੀ। ਸੁਧਾ ਸਰੋਵਰ ਬਰ ਹਰ ਮੰਦਰ। ਜੋ ਅੰਮ੍ਰਿਤ ਸਰੋਵਰ ਹੈ, ਜਿਸ ਵਿੱਚ ਸੋਹਣਾ ਸ੍ਰੇਸ਼ਟ ਹਰਮੰਦਰ ਸਾਹਿਬ ਹੈ। ਪਠੋ ਸੁਨੈ ਸਿੱਖ ਸਭ ਤਿਸ ਅੰਦਰ। ਸਾਰੇ ਸਿੱਖ ਉੱਥੇ ਹੀ ਬੈਠ ਕੇ ਬਾਣੀ ਪੜੋ, ਸੁਣੋ, ਉਪਦੇਸ਼ ਕਥਾ ਤੁਸੀਂ ਕਰੋ। ਹਮ ਅਹਨਸ ਰਹਿ ਹੈ ਇਸ ਥਾਈ। ਬਾਬਾ ਬੁੱਢਾ ਜੀ ਫਿਰ ਗੁਰਮੁਖੋ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਥਾ ਕਰਦੇ ਰਹੇ। ਹੁਣ ਜਿਵੇਂ ਕਹੇ ਵੀ ਉੱਥੇ ਜੀ ਕਥਾ ਨਹੀਂ ਹੋ ਸਕਦੀ, ਉਹ ਸਮੇਂ ਦੇ ਨਾਲ ਹੌਲੀ ਹੌਲੀ ਫਿਰ ਕਥਾ ਵਾਸਤੇ ਮੰਜੀ ਸਾਹਿਬ ਸਥਾਨ, ਕਿਉਂਕਿ ਸੰਗਤ ਦੀ ਆਵਾਜਾਈ ਨਿਰੰਤਰ ਚੱਲਦੀ ਹੈ, ਇਸ ਕਰਕੇ ਕਥਾ ਦਾ ਜਿਹੜਾ ਹੁੰਦਾ ਉਹ ਟਿਕਾ ਦੀ ਭਾਵਨਾ ਹੁੰਦੀ ਹੈ। ਕੀਰਤਨ ਹੁਲਾਸ ਦਾ ਹੁੰਦਾ ਹੈ ਕਾਰਜ। ਕਥਾ ਜਿਹੜੀ ਉਹ ਬਿਲਕੁਲ ਸ਼ਾਂਤ ਟਿਕਾ ਹੋਵੇ ਫੇਰ ਹੁੰਦਾ ਹੈ। ਤੋ ਇਸ ਕਰਕੇ ਫਿਰ ਹੌਲੀ ਹੌਲੀ ਮਰਜ਼ਾਦਾ ਰੀਤੀ ਇਹ ਬਣੀ ਕਿ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਲਗਾਤਾਰ ਹੋਵੇ, ਕਿਉਂਕਿ ਕੋਈ ਸੰਗਤ ਆ ਰਹੀ ਜਾ ਰਹੀ ਹੈ, ਇਸ ਕਰਕੇ ਉਸੇ ਤਰ੍ਹਾਂ ਹੁਲਾਸ ਬਣਿਆ ਰਹੇ। ਤੇ ਫਿਰ ਕਥਾ ਦਾ ਜਿਹੜਾ ਸੀ ਉਹ ਮੰਜੀ ਸਾਹਿਬ ਸਥਾਨ ਤੇ ਰੀਤੀ ਹੌਲੀ ਹੌਲੀ ਚੱਲੀ ਹੈ। ਪੁਰਾਤਨ ਗੁਰੂ ਮਹਾਰਾਜ ਦੇ ਸਮੇਂ ਭਾਈ ਦਰਬਾਰ ਸਾਹਿਬ ਦੇ ਵਿੱਚ ਹੀ ਹਰਿਮੰਦਰ ਸਾਹਿਬ 'ਚ ਕੀਰਤਨ, ਉੱਥੇ ਕਥਾ ਹੁੰਦੀ ਸੀ ਤੇ ਬਾਬਾ ਬੁੱਢਾ ਜੀ ਕਥਾ ਕਰਦੇ ਰਹੇ ਹਨ। ਰਹੋ ਵਿਚਾਰ। ਕਿਹਾ ਵੀ ਬਾਬਾ ਬੁੱਢਾ ਜੀ ਉੱਥੇ ਹੀ ਸੰਗਤਾਂ ਨੂੰ ਟਿਕਾਓ, ਪਠੋ ਸੁਣੈ, ਉੱਥੇ ਹੀ ਤੁਸੀਂ ਕਥਾ ਪੜੋ, ਸਾਰੇ ਸਿੱਖ ਬੈਠ ਕੇ ਸੁਣਨ। ਹਮ ਅਹਨਸ ਰਹਿ ਹੈ ਇਸ ਥਾਈ। ਅਸੀਂ ਬਾਬਾ ਜੀ ਦਿਨ ਰਾਤ ਹੁਣ ਇਸੇ ਸਥਾਨ ਤੇ ਹੀ ਰਹਿਣਾ ਹੈ। ਦਿਨ ਕੇ ਪਹਿਰ ਤੀਜ ਤੁਮ ਪਾਈ। ਜੋ ਦਿਨ ਦਾ ਤੀਜਾ ਪਹਿਰ ਇਉਂ ਤੁਸੀਂ ਪਾ ਕੇ ਹਰ ਮੰਦਰ ਆਵਹਿ ਦਰਸਾਏ। ਹਰੀ ਮੰਦਰ ਆ ਕੇ ਦਰਸ਼ਨ ਕਰਾਂਗੇ। ਪੁਨ ਇਹ ਠਾਂ ਆਵੈ ਸੁਖ ਪਾਏ। ਫਿਰ ਇਸ ਸਥਾਨ ਤੇ ਆ ਕੇ ਸੁਖ ਪਾਵਾਂਗੇ। ਬ੍ਰਿਧ ਆਇਸ ਮਾਨੀ ਜੁਰ ਹਾਥ। ਬਾਬਾ ਬੁੱਢਾ ਜੀ ਨੇ ਆਗਿਆ ਮੰਨੀ ਹੈ, ਦੋਵੇਂ ਹੱਥ ਜੋੜੇ ਹਨ। ਸੀਸ ਚਰਨ ਧਰ ਪ੍ਰੇਮੈ ਸਾਥ। ਪ੍ਰੇਮ ਦੇ ਨਾਲ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਆਇਓ ਹਰ ਮੰਦਰ ਬੈਠਾਈ। ਤੇ ਆ ਕੇ ਹਰਿਮੰਦਰ ਸਾਹਿਬ ਦੇ ਵਿੱਚ ਸਾਰੀਆਂ ਸੰਗਤਾਂ ਦੂਰ ਦਰਾਡੇ ਤੋਂ ਜੋ ਆਉਂਦਾ ਬਿਠਾ ਕਰ। ਸਭ ਸੰਗਤ ਕੋ ਹੁਕਮ ਸੁਨਾਈ। ਸਾਰੀਆਂ ਸੰਗਤਾਂ ਨੂੰ ਹੁਕਮ ਸੁਣਾਤਾ ਵੀ ਮਹਾਰਾਜ ਦਾ ਬਚਨ ਹੈ, ਉਧਰ ਨਹੀਂ ਮਹਾਰਾਜ ਨੇ ਜਾਣਾ ਕਿਸੇ ਨੇ ਦਰਸ਼ਨ ਕਰਨ। ਗੁਰੂ ਸਾਹਿਬ ਤੀਜੇ ਪਹਿਰ ਇੱਥੇ ਆ ਜਾ ਕਰਨਗੇ। ਜਿਮ ਸ੍ਰੀ ਸਤਿਗੁਰ ਆਇਸ ਦੀਨੀ। ਜਿਵੇਂ ਭਾਈ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਹੁਕਮ ਦਿੱਤਾ, ਆਗਿਆ ਕੀਤੀ, ਤਿਸੀ ਰੀਤ ਨਿਸ ਦਿਨ ਕ੍ਰਿਤ ਕੀਨੀ। ਉਸੇ ਮਰਜ਼ਾਦਾ ਨਾਲ ਹੀ ਰਾਤ ਦਿਨ ਸਾਰਾ ਕਾਰਜ ਬਾਬਾ ਜੀ ਨੇ ਕੀਤਾ ਹੈ। ਸਤਿਗੁਰ ਢਿਗ ਗੁਰਦਾਸ ਰਹਾਇਓ। ਤੇ ਸਤਿਗੁਰੂ ਮਹਾਰਾਜ ਦੇ ਕੋਲੇ ਭਾਈ ਗੁਰਦਾਸ ਜੀ ਰਹੇ। ਸੂਪਕਾਰ ਇੱਕ ਤਾਹਾਂ ਟਿਕਾਇਓ। ਤੇ ਉੱਥੇ ਹੀ ਪ੍ਰਬੰਧ ਕਰਤਾ ਇੱਕ ਰਸੋਈਆ ਗੁਰਸਿੱਖ ਲਾਂਗਰੀ, ਉਹ ਟਿਕਾ ਦਿੱਤਾ। ਸ੍ਰੀ ਗੁਰ ਦੇਗ ਤਹਾਂ ਬਨਵਾਵੇ। ਤੇ ਉਹ ਭਾਈ ਗੁਰੂ ਮਹਾਰਾਜ ਦੇ ਵਾਸਤੇ ਜੋ ਲੰਗਰ ਪਾਣੀ ਉੱਥੇ ਹੀ ਮਹਾਰਾਜ ਬਣਵਾਉਂਦੇ ਹਨ। ਕਿਤਕ ਟਹਿਲੀਏ ਸੰਗ ਰਹਾਵੇ। ਕੁਝ ਕੁ ਟਹਿਲੀਏ ਜਿਹੜੇ ਹਨ, ਟਹਿਲੂਆਂ ਦਾ ਹੁਣ ਵੀ ਆਪਾਂ ਦੇਖੋ ਦਰਬਾਰ ਸਾਹਿਬ ਚ ਅਰਦਾਸ ਹੁੰਦੀ ਹੈ, ਟਹਿਲੂਆਂ ਦੀ ਅਰਦਾਸ। ਟਹਿਲ ਸੇਵਾ ਦਾ ਭਾਵ ਹੈ ਨਾ। ਟਹਿਲ ਦਾ ਅਰਥ ਕੀ ਹੈ? ਸੇਵਾ। ਟਹਿਲੀਆ ਕਹਿੰਦੇ ਨੇ ਸੇਵਾ ਕਰਨ ਵਾਲੇ ਨੂੰ। ਉਹ ਕੁਝ ਨਾਲ ਰਹਿੰਦੇ ਹਨ। ਚਾਹੋਂ ਦਿਸ ਬੈਠੈ ਕਰ ਚਕ ਸਾਈ। ਉਹ ਫਿਰ ਜੋ
ਲੱਗਿਆ ਹੈ ਤੰਬੂ, ਉਹਦੇ ਚਾਰੇ ਪਾਸੇ ਪੂਰੀ ਚੌਕਸੀ ਨਾਲ ਬਹਿੰਦੇ ਨੇ। ਨਿਕਟ ਨ ਕੋ ਪਹੁੰਚੈ ਬਿਨ ਪ੍ਰਾਈ, ਤਾਂ ਕਿ ਬਿਨਾ ਜਿਹੜਾ ਹੈ ਕਹੇ ਤੋਂ, ਬਿਨਾ ਆਗਿਆ ਤੋਂ ਕੋਈ ਨੇੜੇ ਨਾ ਪਹੁੰਚੇ। ਜੋ ਮਾਨਵ ਆਵਹਿ ਅਨਜਾਣੇ, ਹਾਂ ਜੇ ਕੋਈ ਪ੍ਰਾਣੀ ਮਨੁੱਖ ਅਣਜਾਣ ਜਿਹਨੂੰ ਨਹੀਂ ਪਤਾ ਉਹ ਉੱਥੇ ਆ ਜਾਂਦਾ। ਵਰਜਹਿ ਤਿਸੈ ਨ ਢਿਗ ਦੇਹ ਜਾਣੇ, ਉਹ ਫਿਰ ਜਿਹੜੇ ਆਲੇ ਦੁਆਲੇ ਚੌਕਸੀ ਪਹਿਰੇ ਤੇ ਬੈਠੇ ਸਿੱਖ ਉਹ ਵਰਜ ਦਿੰਦੇ ਐ, ਭਾਈ ਇੱਧਰ ਨਹੀਂ ਨੇੜੇ ਜਾਣਾ, ਤੁਸੀਂ ਉੱਥੇ ਹੀ ਚੱਲੋ ਹਰਿਮੰਦਰ ਸਾਹਿਬ, ਉੱਥੇ ਹੀ ਮਹਾਰਾਜ ਦਰਸ਼ਨ ਦੇਣਗੇ। ਇਮ ਏਕਾਕੀ ਭੇ ਗੁਰ ਪੂਰੇ, ਇਸ ਤਰ੍ਹਾਂ ਪੂਰੇ ਸਤਿਗੁਰੂ ਜੀ ਇਕਾਂਤ ਹੋ ਗਏ। ਤਬ ਗੁਰਦਾਸ ਹਕਾਰ ਹਦੂਰੇ, ਤਬ ਭਾਈ ਗੁਰਦਾਸ ਜੀ ਨੂੰ ਆਪਣੀ ਹਜ਼ੂਰੀ ਵਿੱਚ ਸੱਦਿਆ ਹੈ। ਕਹਿਤ ਭਏ ਕਾਗਦ ਮੰਗਵਾਵੋ, ਕਹਿਣ ਲੱਗੇ ਭਾਈ ਗੁਰਦਾਸ ਜੀ ਕਾਗਜ਼ ਮੰਗਵਾਉਣਾ ਕਰੋ। ਮਸ ਲਿਖਣ ਅਦ ਕਹਿ ਅਨਵਾਵੋ, ਫਿਰ ਸਿਆਹੀ, ਮਸ ਨਾਮ ਸਿਆਹੀ ਦਾ ਲਿਖਣ ਦੇ ਵਾਸਤੇ, ਉਹ ਵੀ ਬਹੁਤ ਤਿਆਰ ਕਰੋ। ਪੁਰਾਣੇ ਸਮਿਆਂ ਵਿੱਚ ਜਿਹੜੀ ਸਿਆਹੀ ਸੀ ਬੜੀ ਕੀਮਤੀ ਤਿਆਰ ਹੁੰਦੀ ਸੀ। ਪੁਰਾਤਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਐਸੇ ਅਸੀਂ ਦਰਸ਼ਨ ਕੀਤੇ ਐ, ਉਹਦੇ ਵਿੱਚ ਸਿਆਹੀ ਵਿੱਚ ਸੋਨਾ ਪਾਇਆ, ਸੋਨੇ ਦਾ ਅਰਕ ਪਾ ਕੇ ਤਿਆਰ ਕੀਤੇ। ਬਹੁਤ ਐ ਨਹੀਂ ਸੀ ਉਹਨਾਂ ਵੀ ਐਵੇਂ ਕਾਲਖ ਤਿਆਰ ਕਰ ਲਈ। ਤੇ ਹੁਣ ਵੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਪਦੇ ਨੇ ਨਾ, ਇਹਦਾ ਜਿਹੜਾ ਪ੍ਰਿੰਟਿੰਗ ਹੋ ਰਿਹਾ ਗੁਰਬਾਣੀ, ਇਹ ਜਿਹੜੀ ਸਿਆਹੀ ਹੈ ਆਮ ਸਿਆਹੀਆਂ ਵਾਂਗੂ ਨਹੀਂ ਤਿਆਰ ਹੁੰਦੀ ਹੈ। ਉਹਨਾਂ ਸਮੇਂ ਬੜੇ ਕੀਮਤੀ ਤਰੀਕਿਆਂ ਨਾਲ ਜਿਹੜਾ ਹੁੰਦਾ ਸੀ ਸਿਆਹੀ ਤਿਆਰ ਹੁੰਦੀ ਸੀ। ਇਸ ਕਰਕੇ ਹੁਣ ਆਮ ਸਿਆਹੀ ਦਾ ਤੁਸੀਂ ਦੇਖ ਲਓ ਕੁਝ ਸਾਲਾਂ ਬਾਅਦ ਫਿੱਕੀ ਜੀ ਪੈ ਜਾਂਦੀ ਹੈ, ਪਰ ਇਹ ਉਸੇ ਤਰ੍ਹਾਂ ਕਾਇਮ ਹੈ। ਇਹ ਪੁਰਾਤਨ ਦਾ ਹੁਣ ਕਿੰਨੇ ਸੈਂਕੜੇ ਸਾਲਾਂ ਦੇ ਜੋ ਹੱਥ ਲਿਖਤ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ, 10ਵੇਂ ਗ੍ਰੰਥ ਸਾਹਿਬ ਦੇ ਕਿਤਨੇ ਪੁਰਾਤਨ ਪਏ ਆ, ਤੇ ਉਹਨਾਂ ਦੇ ਉਸੇ ਤਰ੍ਹਾਂ ਹੀ ਜਿਹੜੀ ਹੈ ਕਾਇਮ ਦਾਇਮ ਹੈ ਸਾਰਾ। ਇਸ ਕਰਕੇ ਉਹ ਅੱਖਰ ਦੁਨੀਆ ਦੇ ਅੱਖਰ ਨਹੀਂ ਹਨ, ਉਹ ਅੱਖਰ ਖਿਰ ਜਾਣਗੇ। ਜਿਹੜੇ ਅੱਖਰ ਖਿਰਨ ਵਾਲੇ ਆ ਉਹ ਇੱਥੇ ਨਹੀਂ ਹਨ, ਇਹ ਤਾਂ ਅਟੱਲ ਸ਼ਬਦ ਨੇ। ਤੂੰ ਮਹਾਰਾਜ ਕਹਿੰਦੇ ਮਸ ਲਿਖਣ ਅਦਿਕ ਕਹਿ ਅਨਵਾਵੂ, ਸਿਆਹੀ ਭਾਈ ਲਿਖਣ ਵਾਸਤੇ ਬਹੁਤੀ ਮੰਗਵਾਵੋ। ਸਤ ਬਚਨ ਕਹਿ ਲੀਨ ਮੰਗਾਏ, ਤੋ ਸਤ ਬਚਨ ਕਹਿ ਕੇ ਭਾਈ ਗੁਰਦਾਸ ਜੀ ਨੇ ਸਭ ਮੰਗਵਾ ਲਏ। ਸਤਿਗੁਰ ਆਗੇ ਦੀਨ ਟਿਕਾਏ, ਗੁਰੂ ਸਾਹਿਬ ਜੀ ਦੇ ਅੱਗੇ ਲਿਆ ਸਭ ਟਿਕਾ ਦਿੱਤਾ। ਕਹਿਓ ਗੁਰੂ ਭਾਈ ਗੁਰਦਾਸ, ਗੁਰੂ ਸਾਹਿਬ ਕਹਿਣ ਲੱਗੇ ਹੈ ਭਾਈ ਗੁਰਦਾਸ, ਪੋਥਨ ਖੋਲ ਪਠੋ ਸੁਖ ਰਾਸ। ਜੋ ਪੋਥੀ ਸਾਹਿਬ ਹੈ, ਪੋਥੀਆਂ ਖੋਲ ਕਰਕੇ ਜੋ ਸੁੱਖਾਂ ਦੀ ਰਾਸ ਪੂੰਜੀ ਭਾਵੇਂ ਗੁਰਬਾਣੀ ਦੀਆਂ ਪੋਥੀਆਂ, ਇਹ ਪੜ੍ਹਨਾ ਕਰੋ। ਪ੍ਰਥਮੈ ਹੈ ਪੋਥੀ ਖੋਲ ਪਠਾਈ, ਪਹਿਲਾਂ ਹੁਣ ਪਹਿਲੀ ਪੋਥੀ ਜਿਹੜੀ ਹੈ ਖੋਲ ਕੇ ਪੜ੍ਹਾਈ ਗਈ। ਸ਼ਬਦ ਅੰਤ ਆਦ ਗੁਰ ਆਈ, ਜੋ ਭਾਈ ਆਦ ਤੋਂ ਅੰਤ ਤੱਕ ਸਾਰੇ ਗੁਰੂ ਸਾਹਿਬ ਦੇ ਸ਼ਬਦ ਹਨ। ਦੁਤੀਏ ਤ੍ਰਿਤੀਏ ਚਤੁਰਥ ਚੀਨੀ, ਫਿਰ ਦੂਜੀ ਤੀਜੀ ਚੌਥੀ ਜੋ ਪੋਥੀ ਹੈ ਉਹ ਦੇਖੀ ਪੜ੍ਹੀ ਗਈ। ਗੁਰ ਨਾਨਕ ਅੰਤਹਿ ਪਦ ਲੀਨੀ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਜੋ ਭਾਈ ਸ਼ਬਦ ਦੇ ਅੰਤ ਤੇ ਪਦ ਨਾਨਕ ਸ਼ਬਦ ਆਉਂਦਾ ਹੈ। ਕਹਿ ਗੁਰ ਚਤਰ ਗੁਰਨ ਕੀ ਬਾਣੀ, ਗੁਰੂ ਮਹਾਰਾਜ ਕਹਿੰਦੇ ਭਾਈ ਗੁਰਦਾਸ ਚਾਰੇ ਗੁਰੂ ਸਹਿਬਾਨਾਂ ਦੀ ਜੋ ਬਾਣੀ ਹੈ। ਪ੍ਰਿਥਕ ਪ੍ਰਿਥਕ ਕਰਮ ਸੋ ਸੁਖ ਦਾਨੀ, ਕਰਮ ਬਾਰ ਵੱਖਰੀ ਵੱਖਰੀ ਇਹ ਸਾਰੀ ਜੋ ਸੁੱਖਾਂ ਦੀ ਦਾਤੀ ਹੈ ਬਾਣੀ। ਲਿਖ ਹੈ ਤੁਮ ਸਭ ਜਾਣੋ ਭਾਈ, ਇਹ ਭਾਈ ਗੁਰਦਾਸ ਸਭ ਜਾਣ ਲੈ ਕੇ ਇਸ ਤਰ੍ਹਾਂ ਲਿਖਣੀ ਹੈ। ਸੁਣ ਭਾਈ ਤਬ ਬਿਨਤੀ ਪ੍ਰਾਹੀ, ਤਾਂ ਸੁਣ ਕਰਕੇ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਹੈ।
ਮੈਂ ਅਲਪੱਗ ਜੀਵ ਕਿਮ ਜਾਨੋ। ਕਹਿੰਦਾ ਮਹਾਰਾਜ ਮੈਂ ਅਲਪੱਗ ਜੀਵ ਹਾਂ, ਮੈਂ ਕਿਵੇਂ ਜਾਣਾ ਗੁਰ ਕੀ ਗਿਰਾ ਅਗਮ ਗਤ ਮਾਨੋ। ਕਿ ਜੋ ਗੁਰੂ ਦੀ ਬਾਣੀ ਹੈ ਇਹ ਅਗੰਮ ਹੈ, ਅਗੰਮੀ ਬਾਣੀ ਹੈ, ਇਹ ਜਾਣ ਲਓ। ਮੈਂ ਮਹਾਰਾਜ ਅਲਪੱਗ ਜੀਵ ਕਿਵੇਂ ਜਾਣ ਸਕਦਾ ਹਾਂ, ਇਹ ਅਗਾਧ ਬੋਧ ਅਗੰਮੀ ਬਾਣੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਪੜਨ ਵਾਸਤੇ ਸਾਰੇ ਸਿੱਖਾਂ ਨੂੰ ਉਪਦੇਸ਼ ਹੈ, ਪਰ ਜਿੱਥੇ ਵਿਚਾਰ ਦੀ ਗੱਲ ਹੈ ਮਹਾਰਾਜ ਕਹਿੰਦੇ ਬਿਰਲਾ ਵਿਚਾਰ ਸਕਦਾ ਜਿਹੜਾ ਗੁਰਮੁਖ ਹੈ। ਹੁਣ ਤਾਂ ਕਈ ਵਾਰੀ ਗੱਲ ਆਪ ਜੀ ਨੇ ਸਾਂਝੀ ਕੀਤੀ ਹੈ ਕਿ ਹੁਣ ਤਾਂ ਹੋਰ ਗੱਲਾਂ ਚੱਲ ਪਈਆਂ। ਇਹ ਜੀ ਕਈ ਜਗ੍ਹਾ ਤੇ ਹੁੰਦਾ ਜੀ ਫਲਾਣੇ ਵਿਸ਼ੇ ਤੇ ਕਥਾ ਹੋਵੇ, ਵਿਸ਼ਿਆਂ ਦੇ ਹਿਸਾਬ ਨਾਲ। ਮੈਂ ਉਹ ਲੈਕਚਰ ਹੁੰਦੇ ਆ, ਕਥਾ ਨਹੀਂ ਹੁੰਦੀ। ਕਥਾ ਅਨੁਭਵਤਾ ਦੀ ਗੱਲ ਹੈ। ਕਿਸੇ ਵਿਸ਼ੇ ਦੇ ਉੱਤੇ ਵੀ ਇੱਕ ਕੋਈ ਵਿਸ਼ਾ ਲੈ ਲੈਣਾ, ਭਾਵ ਲੈ ਕੇ ਉਸ ਤੇ ਘੰਟਾ ਬੋਲਣਾ, ਤਾਂ ਲੈਕਚਰਰ ਕਰਦੇ ਆ ਕਾਲਜਾਂ ਦੇ ਵਿੱਚ। ਉਹ ਤਿਆਰ ਕਰਕੇ ਆਪਣਾ ਵਿਸ਼ਾ ਬੱਚਿਆਂ ਨੂੰ ਪੜ੍ਹਾਉਂਦੇ ਆ, ਉਹ ਹੋਰ ਚੀਜ਼ ਹੈ। ਜਿਹੜੀ ਕਥਾ ਹੈ, ਕਥਾ ਤਾਂ ਹੁਣ ਪਤਾ ਹੀ ਨਹੀਂ ਹੈ ਲੋਕਾਂ ਨੂੰ ਕਿ ਕਥਾ ਕੀ ਹੈ। ਹੁਣ ਲੈਕਚਰਾਂ ਨੂੰ ਕਥਾ ਸਮਝ ਜਾਂਦੇ, ਇਸ ਕਰਕੇ ਲੜਾਈ ਝਗੜੇ ਨੇ ਨਾ। ਤੇ ਕਥਾ ਤਾਂ ਅਨੁਭਵਤਾ ਦੀ ਹੈ। ਹੁਣ ਬੜੇ ਬੜੇ ਕਹਿੰਦੇ ਫਲਾਣਾ ਪ੍ਰੋਫੈਸਰ ਹੈ, ਫਲਾਣਾ ਜੀ ਪ੍ਰਿੰਸੀਪਲ ਹੈ, ਫਲਾਣਾ ਆਹ ਹੈ, ਉਹ ਕਥਾ ਕਰਦਾ। ਮਹਾਰਾਜ ਨੇ ਤਾਂ ਨਹੀਂ ਕਿਹਾ, ਮਹਾਰਾਜ ਕਹਿੰਦੇ ਗੁਰਮੁਖ ਜਿਹੜਾ ਹੈ ਉਹ ਵਿਚਾਰ ਸਕਦਾ। ਇਹ ਤਾਂ ਨਹੀਂ ਕਿ ਪ੍ਰਿੰਸੀਪਲ ਬਾਣੀ ਨੂੰ ਵਿਚਾਰ ਦੇਣਗੇ ਜਾਂ ਪ੍ਰੋਫੈਸਰ ਵਿਚਾਰਿਆ ਕਰਨਗੇ ਨਾ। ਹੁਣ ਤਾਂ ਉਹ ਆਪਦੀ ਵਿਦਵਤਾ ਦੇ ਵਿੱਚ ਉਲਝ ਕੇ ਰਹਿ ਗਏ। ਅਸਲ ਵਿੱਚ ਜਿਹੜਾ ਕਥਾ ਹੈ ਉਹ ਗੁਰਮੁਖ ਜਨ ਇਸ ਤਰ੍ਹਾਂ ਹੀ ਵਿਆਹ ਸ਼ਬਦ ਦੀ ਪਹਿਲਾਂ ਇੰਨਾ ਜਿਹੜਾ ਹੈ ਉਹਦਾ ਅਭਿਆਸ ਕਰੋ, ਫਿਰ ਕਿਤੇ ਜਾ ਕੇ ਕਥਾ ਦਾ ਜਿਹੜਾ। ਤੇ ਪਹਿਲੀ ਗੱਲ ਤਾਂ ਜਿਹਨੇ ਵੀ ਕਥਾ ਕਰਨੀ ਹੈ ਉਹਨੂੰ ਘੱਟੋ ਘੱਟ ਮੂਲ ਮੰਤਰ ਦਾ 1.25 ਲੱਖ ਪਾਠ ਕਰਨਾ ਜ਼ਰੂਰੀ ਹੈ। ਫਿਰ ਹੋਰ ਸ਼ਬਦਾਂ ਦੇ ਜਾਪ ਚੱਲਣ, ਫਿਰ ਜਾ ਕੇ ਕਥਾ ਹੁੰਦੀ ਹੈ। ਤੇ ਪੁਰਾਣੇ ਸਮਿਆਂ ਵਿੱਚ ਇਹੋ ਜਿਹਾ ਅਭਿਆਸ ਕਰਾਉਂਦੇ ਹੁੰਦੇ ਸੀ, ਇੰਨੇ ਜਪਜੀ ਸਾਹਿਬ ਦੇ ਪਾਠ ਕਰੋ ਰੋਜ਼, ਐਂ ਕਰ। ਹੁਣ ਤਾਂ ਜ਼ਮਾਨਾ ਹੀ ਹੋਰ ਹੋ ਗਿਆ। ਹੁਣ ਤਾਂ ਜੇ ਕੋ ਹੁਣ ਤਾਂ ਪ੍ਰਚਾਰ ਕੀ ਤਰਕਾਂ ਕਰੀ ਜਾਂਦੇ। ਇਹ ਜੀ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਣਾ, ਵੀ ਗਿਣਤੀ ਮਿਣਦੀ। ਹੁਣ ਉਹ ਭਾਵ ਉਧਰ ਆਪਦੀ ਮਰਜ਼ੀ ਨਾਲ ਹੀ ਹੋਰ ਹੀ ਪਾਸੇ ਲੈ ਕੇ ਗੱਲ। ਤੇ ਫਿਰ ਕਥਾ ਦੇ ਜਿਹੜੇ ਭਾਵ ਨੇ, ਇਹਦੇ ਅੰਗ ਨੇ ਵੱਖ-ਵੱਖ। ਕਥਾ ਦੇ ਰੂਪ ਹੈ, ਉਥਾਨਕਾ ਹੈ। ਫਿਰ ਗੁਰਮੁਖੋ ਜਿਹੜਾ ਹੈ ਜਿਵੇਂ ਆਪਾਂ ਸਮਾਧਾਨ ਹੈ ਕਿ ਕਿਸੇ ਸ਼ਬਦ ਦੀ ਉਥਾਨਕਾ ਕੀ ਹੈ, ਤੇ ਉਹਦੇ ਵਿੱਚ ਕੋਈ ਪ੍ਰਸ਼ਨ ਆ ਗਿਆ ਉਹਦਾ ਸਮਾਧਾਨ ਹੱਲ ਕਿਵੇਂ ਕਰਨਾ ਹੈ। ਫਿਰ ਪਦ ਅਰਥ ਕੀ ਨੇ। ਫਿਰ ਕਥਾ ਦੇ ਵਿੱਚ ਅੰਗ ਹੈ ਕਿ ਜਿਹੜਾ ਹੈ ਵੀ ਸ਼ੁੱਧ ਰੂਪ ਕੀ ਹੈ, ਬਦਲਿਆ ਹੋਇਆ ਜਾਂ ਪੁਰਾਣੇ ਸਮੇਂ ਵਿੱਚ ਵਿਗੜਿਆ ਵੀ ਕਹਿੰਦੇ ਸੀ, ਬਦਲਿਆ ਰੂਪ ਕੀ ਹੈ। ਜਿਵੇਂ ਸ਼ੁੱਧ ਕੀ ਹੈ ਵੀ ਇਹ ਕੋਈ ਸ਼ਬਦ ਆ ਜਾਂਦਾ, ਉਹ ਭਾਵ ਹੈ ਭਾਈ ਇਹ ਬਦਲਿਆ ਸ਼ਬਦ ਹੈ, ਇਹਦਾ ਸ਼ੁੱਧ ਸ਼ਬਦ ਆ ਹੈ, ਉਹ ਵੀ ਨਾਲ ਦੱਸਣਾ। ਜਿਵੇਂ ਇੱਕ ਦਿਨ ਗੱਲ ਆਪ ਜੀ ਨਾਲ ਸਾਂਝੀ ਕੀਤੀ ਸੀ ਨਾ ਕਿ ਸੰਗਰਾਂਦ ਸ਼ਬਦ ਹੈ, ਇਹ ਬਦਲਿਆ ਸ਼ਬਦ ਹੈ। ਸ਼ੁੱਧ ਸ਼ਬਦ ਕੀ ਹੈ? ਸੰਕਰਾਂਤ। ਇਸ ਕਰਕੇ ਜਦੋਂ ਭਾਸ਼ਾ ਦੇ ਵਿੱਚ ਆ ਜਾਂਦਾ, ਜਿਵੇਂ ਸੰਸਕ੍ਰਿਤ ਹੈ, ਸੰਸਕ੍ਰਿਤ ਚੋਂ ਹਿੰਦੀ ਚ ਆ ਗਿਆ, ਕੁਛ ਗੁਰਮੁਖੀ ਚ ਆ ਗਈ। ਜਦੋਂ ਦੂਸਰੀ ਭਾਸ਼ਾ ਜਾਂਦਾ ਫਿਰ ਉਹਦਾ ਜਿਹੜਾ ਉਚਾਰਨ ਹੈ ਉਹਦਾ ਰੂਪ ਬਦਲ ਜਾਂਦਾ, ਉਹਨੂੰ ਕਹਿੰਦੇ ਨੇ ਬਦਲਿਆ ਰੂਪ। ਇਸ ਕਰਕੇ ਫਿਰ ਉਹ ਕਥਾ ਦੇ ਵਿੱਚ ਉਹਦਾ ਜੋ ਸ਼ੁੱਧ ਰੂਪ ਹੈ ਉਹ ਵੀ ਨਾਲ ਦੱਸਣਾ ਪੈਂਦਾ। ਇਸ ਤਰ੍ਹਾਂ ਦੇ ਅੰਗ ਹੁੰਦੇ ਆ ਕਥਾ ਦੇ। ਤੇ ਫਿਰ ਜਾ ਕੇ ਗੁਰਮੁਖੋ ਇਹ ਜਿਹੜੀ ਕਥਾ ਹੈ ਨਾ ਹੁੰਦੀ ਹੈ, ਫਿਰ ਲੜੀਵਾਰ ਜ਼ਰੂਰੀ ਹੈ। ਤੇ ਲੜੀਵਾਰ ਕਥਾ ਜਿਹੜੀ ਹੁਣ ਉਹ ਕੀ ਹੈ, ਇੱਕ ਤੋਂ ਉੱਥੋਂ ਤੁਕ ਲੈ ਲਈ ਤੇ ਉੱਥੋਂ ਉਹਨੂੰ ਕਥਾ ਸਮਝਦੇ ਨਹੀਂ। ਕਥਾ ਫਿਰ ਲੜੀਵਾਰ ਸ਼ਬਦਾਂ ਦੇ ਤੇ ਇਤਿਹਾਸ ਹੈ, ਚਾਹੇ ਗੁਰਬਾਣੀ ਹੈ। ਫਿਰ ਕਿਤੇ ਜਾ ਕੇ ਮਾਲਕ ਦੀ ਕਿਰਪਾ ਹੁੰਦੀ ਹੈ। ਪਰ ਉਹ ਵਿਚਾਰ ਇਹ ਅਨੁਭਵਤਾ ਦਾ ਵਿਸ਼ਾ। ਜਿੰਨਾ ਕੋਈ ਸਿਮਰਨ ਬੰਦਗੀ ਵਿੱਚ ਨੂੰ ਲੱਗੇਗਾ ਉਹਨਾਂ ਗੁਰਮੁਖੋ ਅਨੁਭਵਤਾ ਦੀ ਗੱਲ ਨਾ ਕਥਾ ਹੋਵੇਗੀ। ਹੁਣ ਧੰਦੇ ਬਣੇ ਹੋਏ ਆ, ਬਿਜ਼ਨਸ ਬਣਿਆ ਹੋਇਆ ਹੈ, ਕਮਾਈ ਦੇ ਸਾਧਨ ਉਹ ਸਾਰਿਆਂ ਨੇ ਅਸੀਂ ਬਣਾਏ ਹੋਏ ਆ ਉਪਜੀਵਕਾ ਚਲਾਉਣ ਲਈ। ਪਰ ਜਿਹੜੇ ਗੁਰਮੁਖ ਸਨ ਦੀ ਕਥਾ ਜਦੋਂ ਆਪਾਂ ਕੋਈ ਕਮਾਈ ਵਾਲੇ ਗੁਰਮੁਖ ਦੀ ਹੈ ਮੂੰਹੋਂ ਸੁਣਦੇ ਆ ਫਿਰ ਪਤਾ ਲੱਗਦਾ ਕਥਾ ਹੁੰਦੀ ਕੀ ਹੈ।
ਕਹਿਣ ਲੱਗਿਆ ਮਹਾਰਾਜ ਮੈਂ ਅਲਪੱਗ ਜੀਵ ਕਿਮ ਜਾਨੋ। ਮੈਂ ਅਲਪੱਗ ਜੀਵ ਹਾਂ, ਮੈਂ ਕਿਵੇਂ ਜਾਣ ਸਕਦਾ ਗੁਰ ਕੀ ਗਿਰਾ ਅਗਮ ਗਤ ਮਾਨੋ। ਗੁਰੂ ਦੀ ਜੋ ਬਾਣੀ ਹੈ ਅਗੰਮੀ ਬਾਣੀ ਹੈ, ਇਸ ਕਰਕੇ ਇਹਨੂੰ ਕਿਸੇ ਨਿਯਮਾਂ 'ਚ ਢਾਲਿਆ ਨਹੀਂ ਜਾ ਸਕਦਾ। ਜਿਵੇਂ ਹੁਣ ਆਮ ਤੌਰ ਤੇ ਉਹ ਜੀ ਵਿਆਕਰਨ ਦੇ ਨਿਯਮ ਮੁਤਾਬਕ ਆਏ ਹੋਵੇ। ਇਹ ਵਿਆਕਰਨ ਬਣਾਏ ਆ ਬੰਦੇ ਨੇ, ਗੁਰਬਾਣੀ ਹੈ ਤੁਰਕੀ। ਇਹ ਦੁਨੀਆ ਦੀਆਂ ਲਿਖਤਾਂ ਤੇ ਤਾਂ ਵਿਆਕਰਨ ਜਿਹੜਾ ਲਾਗੂ ਹੋ ਸਕਦਾ ਹੈ, ਤੁਰਕੀ ਬਾਣੀ ਦੇ ਉੱਤੇ ਕੋਈ ਨਿਯਮ ਲਾਗੂ ਨਹੀਂ ਦੁਨੀਆ ਦਾ ਹੋ ਸਕਦਾ। ਇਹ ਵਿਆਕਰਨ ਵੀ ਇੱਕ ਸੰਸਾਰੀ ਨਿਯਮ ਹੈ। ਇਹ ਸੰਸਾਰੀ ਗੱਲਾਂ ਸੰਸਾਰੀ ਕਿਤਾਬਾਂ ਤੇ ਤਾਂ ਹੋ ਸਕਦਾ ਹੈ। ਇਹ ਜੋ ਹੈ ਇਹ ਅਕਾਲੀ ਤੁਰਕੀ ਬਾਣੀ ਹੈ, ਰੱਬੀ ਬੋਲ ਨੇ, ਤੇ ਰੱਬ ਦੇ ਬੋਲਾਂ ਤੇ ਕਿਹੜਾ ਵਿਆਕਰਨ ਨਿਯਮ ਲਾਗੂ ਕਰ ਦਿਆਂਗੇ। ਇਸ ਕਰਕੇ ਬਹੁਤ ਕੁਝ ਹੈ। ਜਦੋਂ ਆਪਾਂ ਇਸ ਪਾਸੇ ਨੂੰ ਕੋਈ ਜਿਹੜੇ ਹੁਣ ਤੁਸੀਂ satsang ਕਰਦੇ ਹੋ ਤੁਸੀਂ ਸਮਝਦੇ ਹੋ ਇਸ ਗੱਲ ਨੂੰ, ਤੇ ਜਿਹੜੇ ਹੁਣ ਸੰਗਤ ਹੀ ਨਹੀਂ ਕਰਦੇ ਹੈ ਉਹਨਾਂ ਨੂੰ ਕੀ ਪਤਾ ਹੈ ਕਿਆ ਬਾਤ ਹੈ, ਕੀ ਗੱਲਬਾਤ ਆ। ਉਹ ਤਾਂ 2-2 3-3 ਮਿੰਟ ਦੇ ਫੋਨਾਂ ਤੇ ਦੇਖ ਲੈਂਦੇ ਆ, ਕੋਈ ਨਾ ਕੋਈ ਗੱਲਬਾਤ ਉਸੇ ਨੂੰ ਚੱਕੀ ਫਿਰਦੇ ਆ। ਕਈ 2 ਜਾਂ 3 ਮਿੰਟ ਵਿੱਚ ਕਿਹੜੀ ਗੱਲ ਸਮਝਾਈ ਜਾ ਸਕਦੀ ਹੈ। ਇਹ ਤਾਂ ਰੋਜ਼ satsang ਹੋਵੇ, ਨਿਤ ਸ਼ੰਕੇ ਵੀ ਪੈਦਾ ਹੋਣੇ ਆ, ਸ਼ੰਕਿਆਂ ਦਾ ਸਮਾਧਾਨ ਵੀ ਹੋਈ ਜਾਣਾ ਨਾਲ ਦੀ ਨਾਲ। ਹੁਣ ਇੱਥੇ ਕਿਤੇ ਮਾੜੀ ਜੀ ਗੱਲ ਸੁਣ ਲਈ, ਸ਼ੰਕਾ ਖੜਾ ਕਰ ਲਿਆ, ਇਹ ਜੀ ਐਂ ਕਿਉਂ ਆ ਭਾਈ, ਉਹ ਤਾਂ ਲੜੀ ਵਾਰ ਸੁਣੀ ਚੱਲ, ਆਪੇ ਹੀ ਇੱਥੇ ਸ਼ੰਕੇ ਵੀ ਨਿਵਰਤ ਹੋ ਜਾਣੇ ਆ। ਮਹਾਰਾਜ ਕੋਲੇ ਸ਼ਰਧਾ ਨਾਲ ਜਦੋਂ ਆ ਕੇ ਆਪਾਂ ਲੜੀ ਤਾਂ ਸੁਣਦੇ ਆ, ਤੁਸੀਂ ਸੁਣਦੇ ਹੋ, ਕੋਈ ਨਾ ਕੋਈ ਕਿਤੇ ਸ਼ੰਕਾ ਵੀ ਮਨ 'ਚ ਪੈਦਾ ਹੁੰਦਾ ਹੋਊ, ਤੇ ਲਗਾਤਾਰ ਸੁਣੀ ਚੱਲੋ, ਕਿਤੇ ਨੂੰ ਦੂਏ ਚੌਥੇ ਦਿਨ ਉਹਦਾ ਹੱਲ ਵੀ ਹੋ ਜਾਣਾ ਵਿੱਚ ਹੀ। ਇਹ ਲੜੀ ਦੇ ਨਾਲ ਜਦੋਂ ਆਪਾਂ ਸੁਣਾਂਗੇ ਨਾ ਸਾਰੇ ਸਮਾਧਾਨ ਹੁੰਦੇ ਹਨ। ਤੋ ਰਹੋ ਵਿਚਾਰ। ਕਹਿਣ ਲੱਗਿਆ ਮਹਾਰਾਜ ਗੁਰ ਕੀ ਗਿਰਾ ਅਗਮ ਗਤ ਮਾਨੋ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਇਹ ਗੁਰੂ ਦੀ ਬਾਣੀ ਅਗੰਮੀ ਹੈ, ਜੇ ਕਰ ਹੋਵੋ ਆਪ ਸਹਾਈ। ਮਹਾਰਾਜ ਜੇ ਤੁਸੀਂ ਆਪ ਸਹਾਈ ਹੋਵੋ, ਲਖੋ ਤਿਤਕ ਜੋ ਦੇਹੁ ਲਖਾਈ, ਤਾਂ ਮਹਾਰਾਜ ਮੈਂ ਉਨਾ ਕੁ ਜਾਣ ਸਕਦਾ ਜਿੰਨਾ ਤੁਸੀਂ ਸਤਿਗੁਰੂ ਜੀ ਜਣਾ ਦੇਵੋ। ਸੁਣ ਪ੍ਰਸੰਨ ਹੋਏ ਬਰ ਕੋ ਦੀਨੋ। ਤਾਂ ਸੁਣ ਕਰਕੇ ਫਿਰ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਵਰ ਦਿੱਤਾ ਹੈ, ਸ੍ਰੀ ਗੁਰ ਪਰਮ ਕਿਰਪਾਲ ਪ੍ਰਬੀਨੋ। ਕਿ ਸ੍ਰੀ ਗੁਰੂ ਪਰਮ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਥਾ ਪੁੱਤਰ ਹੋਵੇ ਘਰ ਬਾਹਰ। ਮਹਾਰਾਜ ਕਹਿੰਦੇ ਕਿ ਜਿਵੇਂ ਵੀ ਘਰ ਬਾਹਰ ਜਿਹੜਾ ਜਿਸ ਤਰ੍ਹਾਂ ਦਾ, ਜਿਵੇਂ ਦੇਖੋ ਪੁੱਤਰ ਹੁੰਦਾ ਹੈ, ਅੰਤਰ ਮਾਤਾ ਪਿਤਾ ਅਜਾਹਰ, ਉਸ ਦੇ ਅੰਤਰ ਜਿਹੜਾ ਹੈ ਮਾਤਾ ਪਿਤਾ ਹੀ ਪ੍ਰਗਟ ਹੁੰਦੇ ਆ। ਜਿਵੇਂ ਪੁੱਤਰ ਦੇ ਵਿੱਚੋਂ ਮਾਂ-ਬਾਪ ਦੇ ਜਿਹੜੇ ਹੈ, ਚਾਹੇ ਧੀ ਹੈ ਪੁੱਤਰ ਹੈ, ਉਹ ਗੁਣ ਪ੍ਰਗਟ ਹੋ ਜਾਂਦੇ ਹਨ। ਅਪਰ ਕੁਟੰਬ ਜੋ ਬੋਲੇ ਬਾਤੀ। ਤੇ ਇਸ ਤਰ੍ਹਾਂ ਬਾਕੀ ਜਿਹੜਾ ਕੁਟੰਬ ਹੈ, ਜਿਵੇਂ ਵੀ ਕੋਈ ਗੱਲਾਂ ਕਰਦਾ ਹੈ ਨਾ, ਜਿਵੇਂ ਜਾਨ ਲੇਹ ਬਾਲਕ ਬਖਿਆਤੀ, ਜਿਹੜਾ ਬਾਲਕ ਹੈ ਮੰਨ ਲਓ ਘਰ ਤੋਂ ਬਾਹਰ ਬੈਠਾ ਹੈ, ਜਥਾ ਪੁੱਤਰ ਹੋਵੇ ਘਰ ਬਾਹਰ, ਦੂਜਾ ਦਾ ਅਰਥ ਵੀ ਜਿਵੇਂ ਪੁੱਤਰ ਘਰੋਂ ਬਾਹਰ ਬੈਠਾ ਹੋਵੇ। ਅੰਤਰ ਮਾਤਾ ਪਿਤਾ ਯਾਰ, ਅੰਦਰ ਘਰ ਦੇ ਵਿੱਚ ਮਾਤਾ ਪਿਤਾ ਬੈਠੇ ਐ। ਅਪਰ ਕੁਟੰਬ ਜੋ ਬੋਲੇ ਬਾਤੀ, ਤੇ ਹੋਰ ਵੀ ਪਰਿਵਾਰ ਦੇ ਮੈਂਬਰ ਨੇ ਜਦੋਂ ਕੋਈ ਗੱਲਾਂ ਕਰਦਾ ਹੈ। ਜਾਨ ਲੇਹ ਬਾਲਕ ਬਖਿਆਤੀ, ਤਾਂ ਜਿਹੜਾ ਬਾਲਕ ਹੈ ਬੱਚਾ, ਉਹ ਸਾਰਿਆਂ ਦੀਆਂ ਗੱਲਾਂ ਸੁਣ ਕੇ ਜਾਣ ਲੈਂਦਾ ਹੈ ਕਿ ਆਹ ਕੌਣ ਬੋਲ ਰਿਹਾ ਹੈ, ਘਰ ਦਾ ਆਹ ਮੈਂਬਰ ਕੌਣ ਹੈ, ਆਹ ਮੇਰੇ ਮਾਤਾ ਬੋਲ ਰਹੀ ਆ, ਪਿਓ ਆ, ਜਾਂ ਕੋਈ ਹੋਰ ਚਾਚੇ ਤਾਏ ਸੰਬੰਧੀ ਹਨ, ਸਾਰਿਆਂ ਦੇ ਉਹ ਜਾਣਦਾ ਹੈ ਨਾ। ਕੋ ਨਰ ਬੂਝੈ ਅੰਤਰ ਭੌਨ। ਜੇ ਕੋਈ ਉਸ ਬਾਲਕ ਨੂੰ ਆ ਕੇ ਪੁੱਛੇ ਵੀ ਤੇਰੇ ਘਰ ਦੇ ਵਿੱਚ ਕੌਣ ਕੌਣ ਬੋਲੇ ਕਹਿ ਤੌਨ, ਇਹ ਕੌਣ ਕੌਣ ਬੋਲ ਰਿਹਾ ਹੈ ਤੂੰ ਦੱਸ। ਤਬ ਬਾਲਕ ਸੁਣ ਜੌਨ ਅਲਾਵੇ, ਤਾਂ ਜਿਹੜਾ ਬਾਲਕ ਆ ਉਹ ਸੁਣ ਕੇ ਫਿਰ ਜਿਉਂ ਤਿਉਂ ਸਾਰੀ ਗੱਲ ਦੱਸ ਦਿੰਦਾ ਹੈ। ਪ੍ਰਿਥਕ ਪ੍ਰਿਥਕ ਕਰ ਤਾਹੇ ਅਲਾਵੇ, ਹੌਲੀ ਹੌਲੀ ਕਰਕੇ ਸਾਰਿਆਂ ਬਾਰੇ ਦੱਸ ਦਿੰਦਾ ਹੈ।
ਇਹ ਮਮ ਪਿਤਾ ਬਾਕ ਇਹ ਮਾਤਾ। ਇਹ ਆ ਜਿਹੜਾ ਬੋਲ ਹੈ ਮੇਰੇ ਪਿਤਾ ਜੀ ਬੋਲ ਰਹੇ, ਆ ਮੇਰੀ ਮਾਤਾ ਹੈ। ਇਹੋ ਭਗਨੀ ਬਚ ਇਹੋ ਕਹਿ ਭਰਾਤਾ। ਆ ਮੇਰੀ ਭੈਣ ਹੈ ਜੋ ਆ ਬਚਨ ਬੋਲਦੀ ਹੈ, ਭਾਵੇਂ ਉੱਲੇ ਹੀ ਬੈਠਾ ਉਹ, ਕਹੇ ਇਹੋ ਭਰਾਤਾ। ਹਾਂ ਮੇਰਾ ਭਰਾ ਹੈ ਆ ਜਿਹੜਾ ਗੱਲਾਂ ਕਰਦਾ ਹੈ। ਏਮ ਸਮਝਹਿ ਗੋ ਹੋਏ ਸਾਵਧਾਨਾ। ਜਾ ਭਾਈ ਗੁਰਦਾਸ ਤੇਰੇ ਤੇ ਕਿਰਪਾ ਹੋਈ, ਤੂੰ ਵੀ ਇਸ ਤਰ੍ਹਾਂ ਸਾਰਾ ਸਮਝ ਲਵੇਂਗਾ ਕਿ ਆਹ ਬਾਣੀ ਗੁਰੂ ਨਾਨਕ ਦੇ ਪਾਤਸ਼ਾਹ ਦੀ ਆ, ਗੁਰੂ ਅੰਗਦ ਦੇ, ਸਾਰੇ ਤੇਰੇ ਆਪੇ ਹੀ ਤੇਰੇ ਅੰਦਰ ਭਾਵ ਪੈਦਾ ਹੋ ਜਾਏਗਾ। ਸਾਵਧਾਨ ਹੋ ਕਰਕੇ ਸੁਣ ਗੁਰ ਚਰਨਨ ਸੀਸ ਟਿਕਾਨਾ। ਤਾਂ ਸੁਣ ਕੇ ਭਾਈ ਗੁਰਦਾਸ ਜੀ ਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖਿਆ। ਕਿਰਪਾ ਦ੍ਰਿਸ਼ਟ ਗੁਰ ਕੀ ਤਬ ਪਾਈ। ਤਦ ਕਿਰਪਾ ਦ੍ਰਿਸ਼ਟੀ ਸਤਿਗੁਰੂ ਦੀ ਪ੍ਰਾਪਤ ਹੋਈ। ਤੀਨ ਕਾਲ ਗਿਆਤਾ ਹੋਏ ਆਈ। ਤਿੰਨਾਂ ਸਮਿਆਂ ਦੀ ਗਿਆਤਾ ਭਾਈ ਗੁਰਦਾਸ ਜੀ ਦੇ ਵਿੱਚ ਪ੍ਰਗਟ ਹੋ ਗਈ। ਤਬ ਭਾਈ ਜੀ ਪਰ ਉਪਕਾਰੀ। ਤਬ ਫਿਰ ਭਾਈ ਗੁਰਦਾਸ ਜੀ ਜੋ ਪਰ ਉਪਕਾਰੀ, ਹਿਤ ਉਪਕਾਰ ਗਿਰਾ ਉਚਾਰੀ, ਜੋ ਪਰ ਉਪਕਾਰ ਦੇ ਵਾਸਤੇ ਬਚਨ ਉਚਾਰੇ ਹਨ। ਹੇ ਸਤਿਗੁਰ ਇਹੋ ਗ੍ਰੰਥ ਜਹਾਨ। ਕਿਹਾ ਹੈ ਸਤਿਗੁਰੂ ਜੀ ਇਹ ਜੋ ਗ੍ਰੰਥ ਹੈ ਜਗਤ ਦੇ ਵਿੱਚ, ਵਿਦਤੈ ਹੈ ਗੋ ਸਭ ਪਠੈ ਸੁਜਾਨ। ਇਹ ਸਾਰੇ ਪ੍ਰਗਟ ਹੋਵੇਗਾ, ਸਾਰੇ ਸੁਜਾਨ ਸਿਆਣੇ ਬੁੱਧੀਵਾਨ ਲੋਕ ਪੜ੍ਹਿਆ ਕਰਨਗੇ। ਸੋ ਕਿਮ ਜਾਨ ਕਵਨ ਗੁਰ ਗਾਈ। ਫਿਰ ਉਹ ਮਹਾਰਾਜ ਕਿਵੇਂ ਜਾਣਨਗੇ ਕਿ ਆਹ ਬਾਣੀ ਕਿਹੜੇ ਗੁਰੂ ਸਾਹਿਬ ਨੇ ਗਾਇਨ ਕੀਤੀ ਉਚਾਰੀ ਹੈ। ਹਮ ਪਰ ਕਿਰਪਾ ਭਈ ਗੁਸਾਈ। ਮਾਲਕ ਜੀ ਚਲੋ ਸਾਡੇ ਤੇ ਤਾਂ ਹੁਣ ਤੁਸੀਂ ਕਿਰਪਾ ਕਰ ਦਿੱਤੀ, ਪਰ ਹਿਤ ਹੇਤ ਭਾਈ ਜੋ ਪਰਾਈ। ਇਹੀ ਹੁੰਦਾ ਪਰਉਪਕਾਰ। ਦੇਖੋ ਪਰਾਏ ਦੇ ਭਲੇ ਵਾਸਤੇ ਵੀ ਜੋ ਭਾਈ ਗੁਰਦਾਸ ਜੀ ਨੇ ਕਿਹਾ, ਮਹਾਰਾਜ ਮੈਨੂੰ ਤਾਂ ਪਤਾ ਲੱਗ ਗਿਆ, ਪਰ ਜਿਹੜੇ ਹੋਰ ਪੜ੍ਹਨਗੇ ਉਹਨਾਂ ਦਾ। ਤਾਂ ਜੋ ਇਹ ਬਚਨ ਕਹੇ ਭੇ ਪ੍ਰਸੰਨ ਤਬ ਗੁਰ ਗਤ ਦਾਈ। ਭਾਈ ਗੁਰੂ ਮੁਕਤੀ ਦਾਤੇ ਸਤਿਗੁਰੂ ਜੀ ਫਿਰ ਪ੍ਰਸੰਨ ਹੋਏ ਭਾਈ ਗੁਰਦਾਸ ਜੀ ਤੇ। ਇਉਂ ਸਤਿਗੁਰਾਂ ਨੇ ਬਚਨ ਕਹੇ, ਕਹਿਤ ਭਏ ਹੈ ਭਾਈ ਪਿਆਰੇ। ਕਹਿਣ ਲੱਗੇ ਹੈ ਭਾਈ ਗੁਰਦਾਸ ਕਰੈ ਸੁਖੈਨ ਸੋਈ ਅਬ ਕਾਰੇ। ਉਹ ਕਾਰਜ ਹੁਣ ਸਾਰਾ ਸੁਖੈਨ ਕਰ ਦਿੰਦੇ ਹਾਂ। ਪ੍ਰਥਮ ਗੁਰੂ ਬਾਣੀ ਕੇ ਆਦ। ਜੋ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਆ ਉਹਦੇ ਆਦ ਵਿੱਚ ਲਿਖ ਲਹਿ ਮਹੱਲਾ ਪਹਿਲਾ ਯਾਦ। ਤਾਂ ਇਹ ਲਿਖਣਾ ਕਿ ਮਹੱਲਾ ਪਹਿਲਾ ਇਹ ਲਿਖ ਲੈ, ਇਉਂ ਯਾਦ ਕਰ ਲੈ। ਦੁਤੀਆ ਗੁਰੂ ਕਾ ਮਹੱਲਾ ਦੂਜਾ। ਜਦੋਂ ਦੂਜੇ ਗੁਰੂ ਦਾ ਸ਼ਬਦ ਹੋਵੇ ਉਹਦੇ ਅੱਗੇ ਲਿਖਣਾ ਮਹੱਲਾ ਦੂਜਾ। ਅਸ ਬਿਦ ਲਿਖੈ ਪਠੈ ਸਭ ਸੂਜਾ। ਇਸ ਤਰ੍ਹਾਂ ਸੂਝ ਦੇ ਨਾਲ ਸਾਰਾ ਲਿਖ ਪੜ ਲੈ, ਸਾਰਾ ਤੂੰ ਕਾਰਜ ਕਰ। ਗ੍ਰੰਥ ਬਨੈ ਗੁਰਪੁਰ ਸਮ ਜਾਨੂ। ਇਹ ਗ੍ਰੰਥ ਜਿਹੜਾ ਬਣੇਗਾ ਨੂੰ ਗੁਰਪੁਰੀ ਦੇ ਸਮਾਨ ਜਾਣ ਲੋ, ਕਿ ਜਿਵੇਂ ਗੁਰਪੁਰੀ ਇੱਕ ਨਗਰ ਹੈ। ਮਹੱਲੇ ਇਸਕੇ ਦਿਸ਼ਾ ਪਛਾਨੂ। ਜਿਹੜੇ ਮਹੱਲੇ ਨੇ ਉਹ ਇਹਦੀਆਂ ਦਿਸ਼ਾਵਾਂ ਜਾਣ ਲੈ। ਸਭ ਗੁਰ ਪਾਛੇ ਭਗਤਨ ਬਾਣੀ। ਫਿਰ ਗੁਰੂ ਕੀ ਬਾਣੀ ਲਿਖਣ ਤੋਂ ਬਾਅਦ ਉਸ ਤੋਂ ਬਾਅਦ ਜਿੰਨੇ ਭਗਤ ਹਨ ਉਹਨਾਂ ਦੀ ਜੋ ਬਾਣੀ ਹੈ, ਲਿਖਵਾਵੈ ਕ੍ਰਮ ਕ੍ਰਮ ਲੇਹੋ ਜਾਨੀ। ਉਹ ਭਾਈ ਗੁਰਦਾਸ ਜੀ ਕਰਮਵਾਰ ਲਿਖਵਾਈ ਜਾਵੇਗੀ, ਇਹ ਜਾਣ ਲਓ। ਕਹਿ ਪੁਨ ਸਤ ਗੁਰ ਸੁਨ ਹੀ ਭਾਈ। ਫਿਰ ਮਹਾਰਾਜ ਕਹਿਣ ਲੱਗੇ ਕਿ ਹੇ ਭਾਈ ਗੁਰਦਾਸ ਸੁਣ। ਗੁਰ ਨਾਨਕ ਜੋ ਪੱਟੀ ਬਨਾਈ। ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਪੱਟੀ ਨਾਮੇ ਬਾਣੀ ਜਿਹੜੀ ਹੈ ਉਚਾਰਨ ਕੀਤੀ। ਗੋਰੇ ਅੰਗਦ ਤਿਨ ਕੇਰ ਆਕਾਰ। ਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਦੇ ਆਕਾਰ ਉਸ ਨੂੰ ਫਿਰ ਪੂਰਾ ਤਰਤੀਬ ਲਈ। ਰਚੀ ਗੁਰਮੁਖੀ ਕੀਨ ਪ੍ਰਚਾਰ। ਜੋ ਗੁਰਮੁਖੀ ਦੀ ਰਚਨਾ ਤਰਤੀਬ ਬਣਾਈ, ਪ੍ਰਚਾਰ ਕੀਤਾ। ਤਿਨ ਮਹਿ ਲਿਖੋ ਸਰਬ ਗੁਣ ਬਾਣੀ। ਇਹ ਸਾਰੀ ਜੋ ਗੁਰਬਾਣੀ ਗੁਰਮੁਖੀ ਰੂਪ ਵਿੱਚ ਲਿਖਣੀ ਹੈ।
ਪਠਵੇ ਬਿਖੈ ਸੁਖੇਨ ਮਹਾਨੀ। ਜੋ ਭਾਈ ਗੁਰਦਾਸ ਜੀ ਪੜਨ ਦੇ ਵਿੱਚ ਮਹਾਨ ਸੌਖੀ ਬਹੁਤੀ ਸੁਖੈਨ ਹੈ। ਸਭ ਇਲਮਨ ਪਰ ਪਸਰੈ ਐਸੇ। ਇਹ ਜੋ ਗੁਰਮੁਖੀ ਹੈ ਨਾ ਭਾਈ ਗੁਰਦਾਸ ਜੀ, ਸਾਰੀਆਂ ਜਿੰਨੀਆਂ ਵੀ ਭਾਸ਼ਾਵਾਂ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਪਸਰ ਜਾਵੇਗੀ। ਭਾਵ ਸਭ ਦੇ ਉੱਪਰ ਜਲ ਹੈ ਚਿਕਨਤਾ ਜੈਸੇ। ਜਿਵੇਂ ਚਕਨਾਹਟ ਹੈ, ਕਿੰਨਾ ਮਰਜੀ ਪਾਣੀ ਹੋਵੇ, ਚਕਨਾਹਟ ਉਹ ਪਾਣੀ ਦੇ ਉੱਤੇ ਉੱਤੇ ਰਹਿੰਦੀ ਹੈ। ਬਹੁਤ ਬਰਖ ਲਗ ਪਠ ਹੈ ਵਿਚਾਰੈ। ਇਸ ਕਰਕੇ ਫਿਰ ਬਹੁਤ ਸਾਲ ਲਾ ਕਰਕੇ ਜਿਹੜੇ ਬਾਣੀ ਨੂੰ ਇਸ ਨੂੰ ਪੜ੍ਹਨਗੇ ਵਿਚਾਰਨਗੇ, ਸੋ ਤਬ ਜਾਣੈ ਸਾਰ ਅਸਾਰੈ। ਉਹ ਫਿਰ ਮਹਾਰਾਜ ਕਹਿੰਦੇ ਜਿਵੇਂ ਪਹਿਲੀਆਂ ਹੋਰ ਭਾਸ਼ਾਵਾਂ ਸੀ, ਸੰਸਕ੍ਰਿਤ ਇਤਿਆਦਿਕ, ਬਹੁਤ ਸਾਲ ਲੱਗਦੇ ਸੀ ਪੜ੍ਹਨ ਵਿਚਾਰਨ ਨੂੰ, ਜ਼ਿੰਦਗੀਆਂ ਲੰਘ ਜਾਂਦੀਆਂ। ਸੋ ਤਬ ਜਾਣੈ ਸਾਰ ਅਸਾਰੈ। ਫਿਰ ਉਹ ਸੱਤ ਔਰ ਸੱਤ ਬਾਰੇ, ਝੂਠ ਸੱਚ, ਸਾਰ ਅਸਾਰ ਬਾਰੇ ਜਾਣਦੇ ਸੀ। ਤਿਸ ਤਤ ਕੋ ਗੁਰਮੁਖੀ ਮਝਾਰੀ। ਉਸ ਤਤ ਨੂੰ ਭਾਈ ਗੁਰਦਾਸ ਜੀ ਗੁਰਮੁਖੀ ਦੇ ਵਿੱਚ ਲਖੈ ਸਗਮ ਸ਼ਰਧਾ ਔਰ ਧਾਰੀ। ਇਹ ਸੌਖਿਆਂ ਲਿਖਦੇ ਨੇ, ਜਿਹੜਾ ਕੋਈ ਜਾਣ ਲਵੇਗਾ ਸੌਖਿਆਂ, ਜਿਹੜਾ ਹਿਰਦੇ ਵਿੱਚ ਸ਼ਰਧਾ ਧਾਰ ਲਊਗਾ। ਆਸ ਪ੍ਰਕਾਰ ਭਾਈ ਸਮਝਾਏ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਮਹਾਰਾਜ ਨੇ ਸਮਝਾਇਆ। ਨਿਸਾ ਭਈ ਦਿਨ ਮਨ ਅਸਤਾਏ। ਫਿਰ ਰਾਤ ਹੋ ਗਈ, ਸਾਰਾ ਜਿਹੜਾ ਦਿਨ ਸੀ ਲੰਘ ਗਿਆ, ਭਾਵ ਸ਼ਾਮ ਆਥਣ ਹੋ ਗਈ। ਪਠ ਸੋਦਰ ਪ੍ਰਸਾਦ ਛਕਾਏ। ਸੋਦਰ ਰਹਿਰਾਸ ਸਾਹਿਬ ਦਾ ਪਾਠ ਹੋਇਆ, ਪ੍ਰਸ਼ਾਦਾ ਛਕਾਇਆ। ਸੋਹਿਲਾ ਪਠ ਸੁਖ ਸੇਜ ਸੁਹਾਏ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ, ਭਾਈ ਸੁਖਦਾਇਕ ਸੇਜਾ ਪਰ ਸਾਰੇ ਜਿਹੜੇ ਆ ਸੁਹਾਏ, ਸਾਵਧਾਨ ਸੁਚੇਤ ਹੋ ਕੇ ਆਰਾਮਦਾਇਕ ਹੋ ਗਏ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪੰਚਮ ਮਹੱਲੇ, ਪੰਜਵੇਂ ਮਹੱਲੇ ਦੀ ਜੋ ਕਥਾ ਹੈ, ਭਗਤਨ ਗਿਰਾ ਪ੍ਰਮਾਨ ਕਰਨ ਪ੍ਰਸੰਗ ਵਰਣਨ। ਇਹ ਭਗਤਾਂ ਦੀ ਬਾਣੀ, ਉਹ ਪ੍ਰਮਾਨ ਕਰਨ ਦਾ ਜਿਵੇਂ ਜਿਹੜਾ ਪ੍ਰਸੰਗ ਹੈ ਉਹ ਵਰਣਨ ਕੀਤਾ। ਨਾਮ ਇੱਕ ਬਿੰਸਤ ਮੰਦਰ ਹੈ, 1 ਤੇ 20 ਭਾਵ 21ਵੇਂ ਘਰ ਦਾ ਇਹ ਪ੍ਰਸੰਗ ਹੈ। ਆਓ ਟਾਈਮ ਹੋ ਗਿਆ, ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।